उपरंत जो घर की मर्यादा है इतिहास की कथा। धन गुरु नानक महाराज जगत चलंदे नूं तारदे होए सुमेर पर्वत ते पहुंचे हन। उत्थे सिद्धां नाल गोष्ठ होई। बहुत करनियां वाले रिद्ध सिद्ध गोरखनाथ, मछिंद्रनाथ, लोहारीपा, हनीफा, कनीफा, मंगलनाथ, झंगरनाथ, प्राणनाथ वर्गे ਇਹ ਉਹ ਸਿੱਧ ਸਨ ਜਿਨ੍ਹਾਂ ਦੇ ਹਿਰਦੇ 'ਚ ਅਜੇ ਰੁਕਾਵਟ ਹੈ। ਆਖੋ ਸਤਨਾਮ। ਗੁਰੂ ਪਾਤਸ਼ਾਹ ਕਿਉਂ ਗਏ ਇਹਨਾਂ ਕੋਲ? ਬਸ ਇਹਨਾਂ ਦਾ ਹਿਰਦਾ ਸ਼ੁੱਧ ਕਰਨ ਲਈ, ਹਉਮੈ ਨੂੰ ਦੂਰ ਕਰਨ ਲਈ। ਰਿੱਧੀਆਂ ਸਿੱਧੀਆਂ ਕਿ ਰੁਕਾਵਟ ਹੈ ਖਾਲਸਾ ਜੀਓ। ਰੱਬ ਦੇ ਰਸਤੇ ਵੱਲ ਅੱਗੇ ਜਾਣ ਲਈ ਇਹ ਰੋਕ ਲਾਈ ਹੋਈ ਸੀ ਰਿੱਧੀਆਂ ਸਿੱਧੀਆਂ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਇਹਨਾਂ ਨੇ ਸੰਗਤ ਕੀਤੀ, ਦਰਸ਼ਨ ਕੀਤੇ, ਗੁਰੂ ਪਾਤਸ਼ਾਹ ਦਾ ਆਤਮ ਗਿਆਨ ਪ੍ਰਾਪਤ ਕੀਤਾ ਇਹਨਾਂ ਨੇ, ਉਹ ਰੋਕ ਦੂਰ ਹੋ। ਇਹ ਸਾਰੇ ਸਿੱਧ ਹੁਣ ਪੂਜਨਿਕ ਬਣ ਗਏ ਖਾਲਸਾ ਜੀਓ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਨਾ ਗੁਰੂ ਨਾਨਕ ਮਹਾਰਾਜ ਦੇ, ਆਪ ਜੀ ਨਿਤਾਂ ਪ੍ਰਤੀ ਪੜ੍ਹਦੇ ਹੀ ਹੋ। ਜਿਨ ਗੁਰੂ ਨਾਨਕ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਇਹ ਉਹ ਹਨ। ਇਹਨਾਂ ਦੇ ਅਸੀਂ ਸ਼ਬਦ ਬੁਰੇ ਨਾ ਵਰਤੀਏ। ਇਹ ਤਾਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਭਾਈ। ਐ ਬੰਦਿਆ, ਰਿੱਧੀਆਂ ਸਿੱਧੀਆਂ ਕਿਤਨੀਆਂ ਵੀ ਆ ਜਾਣ, ਗੁਰੂ ਬਿਨਾਂ ਗਤ ਨਹੀਂ। ਗੁਰੂ ਗਿਆਨ ਦਾ ਸਾਗਰ ਹੈ। ਆਤਮ ਰਸ ਦੇ ਭੰਡਾਰੇ ਭਰੇ ਹੋਏ ਹਨ। ਗੁਰੂ ਮਹਾਰਾਜ ਕੋਲ ਭਗਤੀ ਹੈ, ਨਾਮ ਹੈ, ਬਖਸ਼ਿਸ਼ ਹੈ। ਮਹਾਰਾਜ ਅਹੰਕਾਰ ਨੂੰ ਦੂਰ ਕਰਕੇ ਸ਼ਬਦ ਦੀ ਚੋਟ ਮਾਰ ਕੇ ਸਿੱਧਾ ਸੱਚਖੰਡ ਲੈ ਜਾਂਦੇ ਹਨ। ਇਹਨਾਂ ਸਾਰੇ ਸਿੱਧਾਂ ਦਾ ਮਾਣ ਦੂਰ ਕੀਤਾ ਮਹਾਰਾਜ ਜੀ ਨੇ। ਗੋਰਖਨਾਥ ਸੋਚਦਾ ਹੈ ਕਿ ਮੈਂ ਤਾਂ ਚਾਹੁੰਦਾ ਸੀ ਕਿ ਮਹਾਰਾਜ ਮੇਰੇ ਪੰਥ ਵਿੱਚ ਆਣ ਤੇ ਮੇਰਾ ਪੰਥ ਉਜਵਲ ਹੋ ਜਾਵੇ। ਮੇਰਾ ਜਿਹੜਾ ਇਹ ਜੋਗੀ ਪੰਥ ਹੈ, ਸੰਪਰਦਾ ਹੈ, ਇਹ ਬੜੀ ਵੱਡੀ ਬਣ ਜਾਵੇਗੀ। ਪਰ ਇਹਦੀ ਮਨ ਦੀ ਗੱਲ ਮਨ ਵਿੱਚ ਹੀ ਰਹਿ ਗਈ। ਪਾਤਸ਼ਾਹ ਨੇ ਇਸ ਤੇ ਬਖਸ਼ਿਸ਼ ਕੀਤੀ ਖਾਲਸਾ ਜੀਓ। ਬਹੁਤ ਗਿਆਨਮਈ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤੇ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਇਸ ਤਰ੍ਹਾਂ ਪਾਤਸ਼ਾਹ ਨੇ ਸਾਰੇ ਸ਼ਬਦਾਂ ਰਾਹੀਂ ਗਿਆਨ ਬਖਸ਼ਿਸ਼ ਕੀਤਾ। ਪ੍ਰਾਣਨਾਥ, ਉਹਨੇ ਪਾਤਸ਼ਾਹ ਨੂੰ ਰੱਬ ਕਰਕੇ ਜਾਣਿਆ ਵੀ ਮਹਾਰਾਜ ਤੁਸੀਂ ਤਾਂ ਕਰਤਾਰ ਹੋ, ਪਰਮੇਸ਼ਰ ਹੋ। ਪਾਤਸ਼ਾਹ ਕਹਿੰਦੇ ਪ੍ਰਾਣਨਾਥ ਤੂੰ ਵੀ ਧਨ ਹੈ। ਜਿਨ੍ਹਾਂ ਨੇ ਸਾਡਾ ਅਸਲ ਸਰੂਪ ਜਾਣ ਲਿਆ ਨਾ, ਉਹ ਵੀ ਧਨ ਹੋ ਗਏ ਹਨ। ਇਸ ਤਰ੍ਹਾਂ ਮਹਾਰਾਜ ਨੇ ਸਾਰੇ ਸਿੱਧਾਂ ਦਾ ਮਾਣ ਦੂਰ ਕੀਤਾ, ਗਿਆਨ ਬਖਸ਼ਿਸ਼ ਕੀਤਾ। ਤੇ ਮਹਾਰਾਜ ਹੁਣ ਕਿਵੇਂ ਉਹਨਾਂ ਤੋਂ ਵਿਦਾਇਗੀ ਲੈ ਕੇ ਮਹਾਰਾਜ ਅਗਾਂਹ ਕਾਕ ਪਸੁੰਡ ਵੱਲ ਜਾ ਰਹੇ ਹਨ। ਆਓ ਇਹਨਾਂ ਸਿੱਧਾਂ ਦੇ ਵਿੱਚ ਕਿਹੜੇ ਕਿਹੜੇ 84 ਸਿੱਧ ਹਨ, ਜਤੀ ਕਿਹੜੇ ਹਨ, ਉਹਨਾਂ ਬਾਰੇ ਪੁੱਛਣਗੇ। ਭਾਈ ਮਰਦਾਨਾ ਜੀ ਦੱਸੋ ਮਹਾਰਾਜ ਜਤੀ ਕੌਣ ਹੁੰਦਾ ਹੈ? ਆਓ ਅੱਜ ਜਤੀਆਂ ਦੀ ਕਥਾ ਸਰਵਣ ਕਰੀਏ। ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੇ ਬਿਰਤੇ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਦਇਆ ਨਿਰੰਜਨ ਤੋਹੇ ਪਰ, ਹੈ ਸਭ ਤੇ ਅਧਿਕਾਏ। ਧੰਨ ਗੁਰੂ ਨਾਨਕ ਮਹਾਰਾਜ ਜੀ ਫਰਮਾਨ ਕਰਦੇ, ਐ ਪ੍ਰਾਣਨਾਥ ਜੀ, ਤੁਹਾਡੇ ਉੱਤੇ ਰੱਬ ਦੀ ਦਇਆ ਹੈ। ਨਿਰੰਜਨ ਜੋ ਮਾਇਆ ਦੀ ਕਾਲਕ ਤੋਂ ਰਹਿਤ ਹੈ ਪਰਮਾਤਮਾ, ਉਹਦੀ ਦਇਆ ਤੁਹਾਡੇ ਉੱਤੇ ਹੈ। ਤਾਂ ਹੀ ਤੁਹਾਡੇ ਮਨ ਵਿੱਚ ਬਹੁਤ ਜ਼ਿਆਦਾ ਸ਼ਰਧਾ ਹੈ। ਇਹ ਸ਼ਰਧਾ ਵੀ ਬਖਸ਼ਿਸ਼ ਨਾਲ ਆਉਂਦੀ ਖਾਲਸਾ ਜੀ। ਗੁਰੂ ਪਾਤਸ਼ਾਹ ਉੱਤੇ ਸ਼ਰਧਾ ਬਜਣੀ, ਇਹ ਗੁਰੂ ਅਕਾਲ ਪੁਰਖ ਦੀ ਦਇਆ ਹੈ ਖਾਲਸਾ ਜੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪ੍ਰਾਣਨਾਥ ਜੀ, ਤੁਹਾਡੇ ਉੱਤੇ ਰੱਬ ਦੀ ਬਹੁਤ ਦਇਆ ਹੈ। ਕਹੇ ਸੁਨੇ ਇਵ ਬੈਨ ਯੁਗ, ਮਿਲ ਕਰ ਭੇ ਹਰ ਖਾਏ। ਇਸ ਤਰ੍ਹਾਂ ਪ੍ਰਾਣਨਾਥ ਨੇ ਬਚਨ ਸੁਣੇ ਮਹਾਰਾਜ ਦੇ, ਆਪਣੇ ਸ਼ੰਕੇ ਨਿਵਰਤ ਕੀਤੇ, ਦੋਵੇਂ ਮਿਲ ਕੇ ਬੜੇ ਖੁਸ਼ ਹੋਏ। ਧੰਨ ਗੁਰੂ ਨਾਨਕ ਮਹਾਰਾਜ ਵੀ ਚੰਗਾ ਬੰਦਾ ਹੈ, ਸ਼ਰਧਾ ਵਾਲਾ ਹੈ, ਇਹਦਾ ਵੀ ਬੇੜਾ ਪਾਰ ਕੀਤਾ ਮਹਾਰਾਜ ਜੀ ਨੇ, ਤੇ ਮਹਾਰਾਜ ਵੀ ਬੜੇ ਆਨੰਦਿਤ ਹਨ। ਪ੍ਰਾਣਨਾਥ ਵੀ ਬੜਾ ਖੁਸ਼ ਹੋਇਆ। ਚੌਪਈ ਮੰਗਲ ਬੂਜਤ ਭਾਤੇ ਸਾਥਾ। ਤੇ ਉਸ ਵੇਲੇ ਉਸ ਪ੍ਰਾਣਨਾਥ ਨੂੰ ਮੰਗਲਨਾਥ ਪੁੱਛਣ ਲੱਗਾ, ਕਸ ਸ਼੍ਰੀ ਨਾਨਕ ਪ੍ਰਾਨੰਗ ਨਾਥਾ। ਐ ਪ੍ਰਾਣਨਾਥ ਦੱਸ, ਤੂੰ ਗੁਰੂ ਨਾਨਕ ਮਹਾਰਾਜ ਨੂੰ ਕਿਵੇਂ ਜਾਣਿਆ? ਕੀ ਸਰੂਪ ਜਾਣਿਆ ਗੁਰੂ ਨਾਨਕ ਮਹਾਰਾਜ ਦੇ? ਕੀ ਰਸ ਮਾਣਿਆ ਗੁਰੂ ਨਾਨਕ ਮਹਾਰਾਜ ਦਾ? ਰੱਬ ਕਰਕੇ ਜਾਣਿਆ ਜਾਂ ਸੰਤ ਕਰਕੇ ਜਾਣਿਆ? ਕਿਵੇਂ ਜਾਣਿਆ ਉਹਨਾਂ ਨੂੰ? ਕਹਿਣ ਲੱਗਿਓ ਮੈਂ ਅਸ ਪਹਿਚਾਨਾ। ਤੇ ਪ੍ਰਾਣਨਾਥ ਕਹਿਣ ਲੱਗਾ, ਭਰਾਵਾ ਸੁਣ ਲੈ, ਐ ਮੰਗਲਨਾਥ ਤੂੰ ਵੀ ਸੁਣ ਲੈ, ਮੈਂ ਗੁਰੂ ਨਾਨਕ ਮਹਾਰਾਜ ਨੂੰ ਇਸ ਕਰਕੇ ਇਹ ਪਛਾਣਿਆ ਹੈ। ਦਰਸ ਨਿਰੰਜਨ ਕੋ ਮਨ ਮਾਨਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੇਰੇ ਲਈ ਤਾਂ ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਹਨ। ਬਸ ਨਿਰੰਜਨ ਦੇ ਦਰਸ਼ ਹੋ ਗਏ ਮੈਨੂੰ, ਰੱਬ ਦੇ ਦਰਸ਼ਨ ਹੋ ਗਏ। ਗੁਰੂ ਨਾਨਕ ਮਹਾਰਾਜ ਰੱਬ ਹਨ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ ਉਹ ਜੋਤ ਰੂਪ ਹਨ। ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਕੇਵਲ ਮਨੁੱਖਾ ਸਰੀਰ ਧਾਰ ਕੇ ਆਏ ਹੈ, ਰੱਬ ਹੀ ਹਨ। ਨਿਰਗੁਣ ਸਰਗੁਣ ਸਰੂਪ ਧਾਰ ਕੇ ਆਏ ਹਨ। ਗੁਰੂ ਨਾਨਕ ਮਹਾਰਾਜ ਪਰਮੇਸ਼ਰ ਹਨ। ਪੂਰਬ ਮਿਲ ਤੁਮ ਜੈਸੇ ਕਹਾ। ਜਿਵੇਂ ਮੈਂ ਤੁਹਾਨੂੰ ਮਿਲਿਆ ਸੀ, ਤੁਸੀਂ ਮਿਲੇ ਸੀ ਗੁਰੂ ਨਾਨਕ ਮਹਾਰਾਜ ਜੀ ਨੂੰ, ਤੁਸੀਂ ਦੱਸਿਆ ਸੀ ਮੈਨੂੰ ਕਿ ਗੁਰੂ ਨਾਨਕ ਮਹਾਰਾਜ ਪਰਮੇਸ਼ਰ ਹਨ, ਤੇ ਮੈਂ ਅੱਜ ਪ੍ਰਤੱਖ ਦਰਸ਼ਨ ਕਰਕੇ ਆਇਆ ਪਰਮੇਸ਼ਰ ਦੇ। ਕੂਰ ਨਰਾਈ ਤੈਸੇ ਆਹਾ। ਤੇ ਉਸੇ ਤਰ੍ਹਾਂ ਹੈ, ਬਿਲਕੁਲ ਜਿਵੇਂ ਤੁਸੀਂ ਆਖਿਆ ਸੀ, ਗੁਰੂ ਨਾਨਕ ਮਹਾਰਾਜ ਉਹੀ ਪਰਮੇਸ਼ਰ ਹਨ। ਪ੍ਰਾਨਨਾਥ ਮਿਲ ਕਰ ਜਬ ਗਇਓ। ਤੇ ਜਦੋਂ ਪ੍ਰਾਨਨਾਥ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਪਰਸ਼ਨ ਕਰਕੇ, ਮਨ ਦੇ ਸ਼ੰਕੇ ਨਿਵਰਤ ਕਰਕੇ ਚਲਾ ਗਿਆ। ਮਰਦਾਨਾ ਤਬ ਬੋਲਤ ਭਇਓ। ਉਸ ਵੇਲੇ ਭਾਈ ਮਰਦਾਨਾ ਜੀ ਨੇ ਮਹਾਰਾਜ ਜੀ ਨੂੰ ਬਚਨ ਆਖਿਆ ਹੈ, ਇਸ ਜੋਗੀ ਕੋ ਭਲੋ ਸੁਭਾਏ। ਐ ਮਹਾਰਾਜ, ਜਿਹੜਾ ਪ੍ਰਾਨਨਾਥ ਇਹ ਜੋਗੀ ਹੁਣੇ ਹੁਣੇ ਗਿਆ ਹੈ, ਇਹਦਾ ਸੁਭਾਅ ਬੜਾ ਭਲਾ ਹੈ, ਬੜਾ ਵਧੀਆ ਬੰਦਾ ਹੈ ਮਹਾਰਾਜ, ਬਹੁਤ ਭਲੇ ਸੁਭਾਅ ਵਾਲਾ ਹੈ। ਅਤ ਕੋਮਲ ਜਿਹ ਬੈਨ ਅਲਾਏ। ਤੇ ਸਤਿਗੁਰ ਪਾਤਸ਼ਾਹ ਇਹਦੇ ਬਚਨ ਤਾਂ ਬੜੇ ਕੋਮਲ ਹਨ। ਜੋ ਇਹਨੇ ਬਚਨ ਆਖੇ ਨਾ ਮਹਾਰਾਜ, ਇਹਦੇ ਬਚਨਾਂ 'ਚ ਕੋਈ ਕਠੋਰਪੁਣਾ ਨਹੀਂ, ਅਹੰਕਾਰ ਨਹੀਂ, ਸ਼ਰਧਾ ਭਾਵਨਾ ਹੈ, ਬੜਾ ਮਿੱਠ ਬੋਲਣਾ ਹੈ ਇਹ ਗੁਰੂ ਕਾ ਪਿਆਰਾ। ਤਰਸ ਬਿਲੋਕਤ ਹਰ ਖਾ ਐਸੇ। ਤੇ ਪਾਤਸ਼ਾਹ ਜਿਹੜੇ ਪਹਿਲੇ ਆਏ ਉਹ ਸੜਦੇ ਬਲਦੇ ਆਏ, ਤੇ ਮਹਾਰਾਜ ਇਹ ਜਿਹੜਾ ਆਇਆ ਹੱਸਦਾ ਖੇਡਦਾ ਆਇਆ ਤੁਹਾਡੇ ਕੋਲ, ਦਰਸ਼ਨ ਕਰਕੇ ਇਤਨਾ ਨਿਹਾਲ ਹੋਇਆ ਤੁਹਾਡੇ ਤੇ ਮਹਾਰਾਜ, ਪਰ ਤੁਹਾਡੇ ਵਰਗਾ ਹੀ ਬਣ ਗਿਆ ਮਹਾਰਾਜ। ਤੁਹਾਡੇ ਦਰਸ਼ਨ ਕਰਕੇ ਪਾਤਸ਼ਾਹ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਵਰਗਾ ਹੀ ਬਣ ਗਿਆ ਹੈ। ਇਹ ਪ੍ਰਾਨਨਾਥ ਪਾਤਸ਼ਾਹ ਬੜਾ ਸ਼ਰਧਾ ਵਾਲਾ ਹੈ। ਵਿਛਰਿਓ ਮੀਤ ਮਿਲਤ ਹੈ ਜੈਸੇ। ਜਿਵੇਂ ਕੋਈ ਮਿੱਤਰ ਵਿਛੜਿਆ ਹੋਵੇ ਕਈ ਸਦੀਆਂ ਦਾ, ਤੇ ਮਿਲ ਜਾਵੇ ਨਾ, ਕਿਤਨੀ ਖੁਸ਼ੀ ਹੁੰਦੀ ਹੈ। ਤੁਹਾਨੂੰ ਮਿਲ ਕੇ ਇਤਨਾ ਖੁਸ਼ ਹੋਇਆ ਹੈ, ਅਸਲੀ ਤਾਂ ਇਹੀ ਸੀ ਖਾਲਸਾ ਜੀ।
ਪ੍ਰਾਣਨਾਥ ਅਕਾਲ ਪੁਰਖ ਤੋਂ ਵਿਛੜਿਆ ਹੋਇਆ ਸੀ। ਅਕਾਲ ਪੁਰਖ ਮਿਲ ਗਏ ਤੇ ਇੱਕੋ ਹੀ ਸਰੂਪ ਬਣ ਗਏ। ਬਸ ਇਹ ਪਾਤਸ਼ਾਹ ਜਿਵੇਂ ਕੋਈ ਮਿੱਤਰ ਵਿਛੜਿਆ ਹੋਵੇ ਤੇ ਕਈ ਸਾਲਾਂ ਬਾਅਦ ਸਦੀਆਂ ਬਾਅਦ ਮਿਲੇ, ਕਿਤਨੀ ਖੁਸ਼ੀ ਹੁੰਦੀ ਹੈ। ਅੱਜ ਉਹ ਖੁਸ਼ੀ ਹੋਈ ਹੈ ਪ੍ਰਾਣਨਾਥ ਨੂੰ। ਦੋਹਰਾ ਸ਼੍ਰੀ ਗੁਰ ਬੋਲੇ ਜਾਸ ਪਰ, ਹੈ ਕਰੁਣਾ ਕਰਤਾਰ। ਧੰਨ ਗੁਰੂ ਨਾਨਕ ਮਹਾਰਾਜ ਜੀ ਉਚਾਰਨ ਕਰਨ ਲੱਗੇ, ਮਰਦਾਨਾ ਜੀ ਇਹ ਤਾਂ ਰੱਬ ਦੀ ਬਖਸ਼ਿਸ਼ ਹੈ। ਬਸ ਜਿਸ ਉੱਤੇ ਰੱਬ ਦੀ ਬਖਸ਼ਿਸ਼ ਹੈ, ਅਕਾਲ ਪੁਰਖ ਦੀ ਦਇਆ ਹੈ, ਵਾਹਿਗੁਰੂ ਮਿਹਰ ਦੀ ਨਿਗਾਹ ਕਰਦਾ ਹੈ। ਤਿਸ ਮੈਂ ਹੈ ਅਸ ਗੁਣ ਹੋਵਈ, ਲਖ ਹੈ ਨਾ ਔਰ ਗਵਾਰ। ਇਹ ਗੁਣ ਉਹਦੇ ਵਿੱਚ ਹੁੰਦੇ ਨੇ, ਐਵੇਂ ਨਹੀਂ ਗੁਣ ਆਉਂਦੇ। ਦੁਨਿਆਵੀ ਗੁਣ ਤਾਂ ਹਰ ਬੰਦਾ ਸਿੱਖ ਲਵੇਗਾ, ਪਰ ਸ਼ਰਧਾ ਭਾਵਨਾ ਧਾਰਨ ਕਰਨੀ, ਗੁਰੂ ਪਾਤਸ਼ਾਹ ਦੀ ਪਛਾਣ ਕਰਨੀ ਵੀ ਇਹੀ ਰੱਬ ਹੈ, ਇਹ ਸਾਰੇ ਗੁਣ ਪ੍ਰਾਣਨਾਥ ਦੇ ਅੰਦਰ ਹਨ। ਇਸ ਉੱਤੇ ਰੱਬ ਦੀ ਦਇਆ ਹੈ ਤਾਂ ਇਹਨੇ ਸਾਡੇ ਸਰੂਪ ਦੀ ਪਛਾਣ ਕੀਤੀ ਹੈ। ਚੌਪਈ ਸਭ ਨਾਥਨ ਮੈਂ ਸ੍ਰੇਸ਼ਟ ਨਾਥਾ। ਤੇ ਮਰਦਾਨਾ ਜੀ ਜਿਤਨੇ ਨਾਥ ਪਹਿਲਾਂ ਆਏ ਉਹਨਾਂ ਸਾਰਿਆਂ ਵਿੱਚੋਂ ਇਹ ਬੰਦਾ ਸ੍ਰੇਸ਼ਟ ਹੈ, ਸਭ ਦਾ ਮੁਖੀ ਹੈ, ਸ਼ਰਧਾਵਾਨ ਇਹੀ ਹੈ, ਇਹੀ ਭਾਵਨਾ ਵਾਲਾ ਹੈ। ਇਹ ਸਮਾਨ ਕਿਹ ਅਪਰ ਨ ਗਾਥਾ। ਇਹਦੇ ਵਰਗੀ ਗੱਲ ਕਿਸੇ ਹੋਰ ਦੀ ਨਹੀਂ ਹੋਣੀ। ਜੋ ਅਵਸਥਾ ਇਹਦੀ ਹੈ, ਜੋ ਭਾਵਨਾ ਇਹਦੀ ਹੈ, ਕਿਸੇ ਹੋਰ ਨਾਥ ਦੀ ਨਹੀਂ ਹੋਣੀ। ਗੁਰ ਸੋ ਬੂਝਤ ਭਾ ਮਰਦਾਨਾ। ਉਸ ਵੇਲੇ ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ, ਮਹਾਰਾਜ ਇੱਕ ਬੇਨਤੀ ਹੋਰ ਹੈ। ਨਾਥ ਨਾਮ ਸਭ ਕਰਹੁ ਬਖਾਨਾ। ਜਿਤਨੇ 84 ਨਾਥ ਹਨ ਮਹਾਰਾਜ, ਇਹ ਸਿੱਧ ਨਾਥ ਹਨ ਮਹਾਰਾਜ, ਦੱਸੋ ਇਹਨਾਂ ਦੇ ਕੀ ਕੀ ਨਾਮ ਹਨ ਮਹਾਰਾਜ? ਮਹਾਰਾਜ ਦੱਸੋ ਕਿਹੜੇ ਕਿਹੜੇ ਨਾਮ ਹਨ ਇਹਨਾਂ ਦੇ? ਜਿਤਨੇ ਜਤੀ ਕਹੋ ਤਿਨ ਨਾਮੂ। ਤੇ ਉਸ ਤੋਂ ਬਾਅਦ ਜਿਹੜੇ 6 ਜਤੀ ਹਨ ਮਹਾਰਾਜ, ਉਹ ਦੱਸੋ ਵੀ ਉਹਨਾਂ ਦੇ ਕੀ ਨਾਮ ਹਨ? ਕਿਤਨੇ ਸਿੱਧ ਭੇਦ ਸੁਖ ਧਾਮੂ। ਤੇ ਪਾਤਸ਼ਾਹ ਕਿਤਨੇ ਸਿੱਧ ਹਨ, ਇਹਦਾ ਭੇਦ ਵੀ ਦੱਸੋ। ਸ਼੍ਰੀ ਗੁਰ ਭਨੈ ਸਿੱਧ ਹੈ ਜੇਤੇ। ਪਾਤਸ਼ਾਹ ਕਹਿੰਦੇ ਸੁਣੋ ਮਰਦਾਨਾ ਜੀ, ਜਿਤਨੇ ਸਿੱਧ ਹਨ ਨਾਥ ਨਾਮ ਕਹਿਲਾਵਹਿ ਤੇਤੇ। ਉਹ ਆਪਣੇ ਆਪ ਨੂੰ ਨਾਥ ਕਵਾਉਂਦੇ ਹਨ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਜਿਤਨੇ ਸਿੱਧ ਹਨ, ਸਿੱਧ ਕਹਿੰਦੇ ਸਿੱਧੀ ਪ੍ਰਾਪਤ ਕਰਨ ਵਾਲਾ। ਪਹਿਲਾ ਇਹਦਾ ਅਰਥ ਹੈ ਸਿੱਧ, ਜਿਸ ਨੇ ਕੁਝ ਸਾਧਨਾ ਕਰਕੇ ਸਿੱਧੀ ਪ੍ਰਾਪਤ ਕਰ ਲਈ ਹੋਵੇ। ਹੁਣ ਤੁਸੀਂ ਸਾਰੇ ਬੈਠੇ ਹੋ, ਇਹ ਸਾਧਨਾ ਹੀ ਹੈ। ਕਥਾ ਸੁਣਨੀ, ਕਥਾ ਕਰਨੀ, ਬਾਣੀ ਸੁਣਨੀ, ਬਾਣੀ ਪੜ੍ਹਨੀ, ਗੁਰੂ ਪਾਤਸ਼ਾਹ ਦੀ ਸੇਵਾ ਕਰਨੀ ਸਾਧਨਾ ਹੈ ਖਾਲਸਾ ਜੀ। ਐਵੇਂ ਗੁਰੂ ਪਾਤਸ਼ਾਹ ਦੀ ਸੇਵਾ ਨਹੀਂ ਮਿਲਦੀ, ਦਰਸ਼ਨ ਦੀਦਾਰੇ ਨਹੀਂ ਹੁੰਦੇ ਖਾਲਸਾ ਜੀ। ਵੱਡੇ ਭਾਗਾਂ ਵਾਲਿਆਂ ਨੂੰ ਦਰਸ਼ਨ ਦੀਦਾਰੇ ਹੁੰਦੇ ਹਨ। ਇਹ ਸਾਧਨਾ ਜਿਹੜਾ ਕਰੇ ਉਹਨੂੰ ਸਿੱਧ ਕਹਿੰਦੇ ਹਨ। ਤੇ ਉਹ ਸਿੱਧ ਦਾ ਨਾਮ ਪੈ ਜਾਂਦਾ ਨਾਥ। ਉਹਨੂੰ ਨਾਥ ਕਿਉਂ ਨਾਥ ਆਖਦੇ? ਉਹ ਕਹਿੰਦਾ ਮੈਂ ਸਭ ਤੋਂ ਵੱਡਾ ਹੋ ਗਿਆ, ਮਾਲਕ ਬਣ ਜਾਂਦਾ ਹੈ। ਉਹੀ ਸਿੱਧ ਜਦੋਂ ਕੋਈ ਰਿੱਧੀ ਸਿੱਧੀ ਦੇ ਭਾਵ ਦਾ ਅਰਥ ਹੈ ਅਹੰਕਾਰ ਵਾਲੀ ਬਿਰਤੀ। ਰਿੱਧੀ ਸਿੱਧੀ ਇੱਕ ਬਿਰਤੀ ਹੈ ਅਹੰਕਾਰ ਵਾਲੀ। ਜਦੋਂ ਅਹੰਕਾਰ ਆ ਜਾਂਦਾ, ਕਹਿੰਦਾ ਮੈਂ ਵੱਡਾ ਬਣ ਗਿਆ, ਤੇ ਵੱਡਾ ਹੋ ਗਿਆ ਕਹਿੰਦਾ ਮਾਲਕ, ਤੇ ਮਾਲਕ ਕਹਿੰਦੇ ਨਾਥ ਨੂੰ। ਪ੍ਰਧਾਨਾ ਜੀ ਇਹਨਾਂ ਨੂੰ ਸਿੱਧ ਤਾਂ ਕਹਿੰਦੇ ਹਨ, ਇਹ ਹੰਕਾਰੀ ਬਿਰਤੀ ਵਾਲੇ ਬਣ ਜਾਂਦੇ, ਤਾਂ ਨਾਮ ਪੈ ਗਿਆ ਨਾਥ ਇਹਨਾਂ ਦਾ। 84 ਸਿੱਧਾਂ ਨੂੰ 84 ਨਾਥ ਵੀ ਕਹਿੰਦੇ ਹਨ। ਇਨ ਮਹਿ ਨੋ ਜੇ ਨਾਥ ਸ਼ੁਭ ਜਾਨੂ। ਤੇ ਇਹਨਾਂ ਵਿੱਚ ਜਿਹੜੇ 9 ਨਾਥ ਹਨ ਉਹ ਸ਼ੁਭ ਜਾਣੋ। ਜਿਹੜੇ 9 ਹਨ ਉਹ ਭਲੇ ਹਨ, ਬਾਕੀ ਤਾਂ ਬੜੇ ਅਹੰਕਾਰੀ ਹਨ। ਸੋ ਮੈਂ ਤੁਝ ਸੋ ਕਰਤ ਬਖਾਨੂ। ਪਹਿਲਾਂ ਉਹਨਾਂ ਦੇ ਨਾਮ ਸੁਣੋ, ਅਸੀਂ ਦੱਸਿਆ ਤੁਹਾਨੂੰ ਉਹਨਾਂ 9 ਦੇ ਕੀ ਨਾਮ ਹਨ। ਪ੍ਰਾਣਨਾਥ ਇੱਕ ਗੋਪੀ ਚੰਦ। ਪਹਿਲਾ ਹੈ ਪ੍ਰਾਣਨਾਥ, ਮਹਾਰਾਜ ਸ਼੍ਰੋਮਣੀ ਰੱਖਿਆ ਇਹਨੂੰ ਭਾਈ, ਇਹੀ ਸਭ ਦਾ ਮੁਖੀ ਹੈ ਮੇਰੇ ਲਈ ਤਾਂ ਪਾਤਸ਼ਾਹ ਕਹਿੰਦੇ। ਦੂਜਾ ਹੈ ਗੋਪੀ ਚੰਦ, ਇਹਦਾ ਨਾਮ ਵੀ ਬਾਣੀ ਵਿੱਚ ਆਇਆ ਖਾਲਸਾ ਜੀ, ਰਾਗ ਰਾਮਕਲੀ ਦੀ ਵਾਰ ਵਿੱਚ ਆਇਆ ਹੈ। ਬੋਲਿਆ ਗੋਪੀ ਚੰਦ ਸਤ ਸਰੂਪ, ਉਹ ਦੂਜਾ ਨਾਮ ਹੈ ਗੋਪੀ ਚੰਦ। ਸੁਰਤਨਾਥ ਜਿਨ ਨਹਿ ਜਮ ਫੰਦ। ਤੇ ਤੀਜਾ ਹੈ ਸੁਰਤਨਾਥ, ਜਿਹਨੂੰ ਜਮ ਦਾ ਫੰਦ ਨਹੀਂ ਪੈਂਦਾ, ਉਹ ਜਮਾਂ ਵੱਲ ਨਹੀਂ ਜਾਵੇਗਾ।
ਤੀਜਾ ਨਾਮ ਹੈ ਸੁਰਤਨਾਥ, ਜਿਹੜਾ ਸੁਰਤੀ ਚੜਾ ਕੇ ਹਮੇਸ਼ਾ ਬੈਠਾ ਰਹਿੰਦਾ ਹੈ। ਦੋਹਰਾ ਗੋਰਖਨਾਥ ਮਛਿੰਦਰ ਪੁਨ ਮੰਗਲਨਾਥ ਮਹਾਨ। ਇਹ ਵੀ ਤਿੰਨ ਮਹਾਨ ਹਨ, ਗੋਰਖਨਾਥ, ਮਛਿੰਦਰਨਾਥ ਤੇ ਮੰਗਲਨਾਥ। ਇਹ ਵੀ ਬੜੇ ਕਰਨੀ ਵਾਲੇ ਹਨ। ਗੋਰਖਨਾਥ ਨੂੰ ਪਤਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਹਨ, ਪਰ ਫਿਰ ਵੀ ਇਹਨੇ ਆਪਣੇ ਬੰਦਿਆਂ ਦਾ ਮਾਣ ਦੂਰ ਕਰਨ ਲਈ, ਆਪਣੇ ਚੇਲੇ ਦਾ ਹੰਕਾਰ ਦੂਰ ਕਰਨ ਲਈ ਤਾਂ ਭੇਜਿਆ, ਜਾਓ ਬਈ ਗੋਸ਼ ਕਰਕੇ ਆਓ, ਬੜੇ ਖੱਬੀ ਖਾਂ ਬਣੇ ਫਿਰਦੇ ਹੋ, ਜਾਓ ਗੱਲਬਾਤ ਕਰਕੇ ਆਓ। ਜਾਣ ਕੇ ਭੇਜਿਆ ਇਹਨੇ ਖਾਲਸਾ ਜੀ, ਇਹਨੂੰ ਪੂਰੀ ਸ਼ਰਧਾ ਭਾਵਨਾ ਹੈ, ਪਰ ਇਹਨੇ ਫਿਰ ਵੀ ਆਪਣੇ ਆਪ ਨੂੰ ਲੁਕੋ ਕੇ ਰੱਖਿਆ। ਇਹ ਗੋਰਖਨਾਥ, ਮਛਿੰਦਰਨਾਥ ਤੇ ਤੀਜਾ ਹੈ ਮੰਗਲਨਾਥ। ਇਹ ਤਿੰਨ ਹੋ ਗਏ। ਚਰਪਟ ਚੰਬਾ ਨਾਥ ਹੈ ਘੁੱਗੂ ਨਾਥ ਸੁਜਾਨ। ਤਿੰਨ ਤਿੰਨ 6 ਤੇ ਤਿੰਨ ਇਹ ਹੋ ਗਏ। ਚਰਪਟਨਾਥ, ਚੰਬਾਨਾਥ ਤੇ ਘੁੱਗੂਨਾਥ, ਇਹ 9 ਹੋ ਗਏ ਮੁਖਨਾਥ। ਚੌਪਈ ਅਬ ਜੇ ਜਤੀ ਸੁਨੋ ਦੇ ਕਾਨਾ। ਮਰਦਾਨਾ ਜੀ ਹੁਣ ਸੁਣੋ, ਜਿਹੜੇ 6 ਜਤੀ ਹੋਏ ਆਪਣੇ ਕੰਨ ਖੋਲ ਕੇ ਚੰਗੀ ਤਰ੍ਹਾਂ ਸੁਣੀਏ ਜੀ। ਲਛਮਨ ਗੋਰਖ ਅਰ ਹਨੂਮਾਨਾ। ਪਹਿਲਾ ਸੀ ਲਛਮਨ ਜੀ, ਦੂਜਾ ਸੀ ਗੋਰਖਨਾਥ, ਤੀਜਾ ਸੀ ਹਨੂਮਾਨ ਜੀ, ਭੀਸ਼ਮ ਭੈਰੋ ਦਤ ਪਛਾਨੋ। ਚੌਥਾ ਹੈ ਭੀਸ਼ਮ ਪਿਤਾਮਾ, ਪੰਜਵਾਂ ਹੈ ਦੱਤਾਤਰੈ ਤੇ ਛੇਵਾਂ ਹੈ ਭੈਰੋ। ਇਹ 6 ਜਤੀ ਹੋਏ ਖਾਲਸਾ ਜੀਓ। ਮਰਦਾਨਾ ਜੀ ਜਾਣੋ ਇਹ 6 ਜਤੀ ਹਨ। 84 ਸਭ ਸਿੱਧ ਬਖਾਨੋ। ਤੇ ਹੁਣ ਸੁਣੋ ਜਿਹੜੇ 84 ਸਿੱਧ ਹਨ, ਬਾਕੀ ਜਿਹੜੇ ਰਹਿ ਗਏ ਹਨ ਉਹਨਾਂ ਦੇ ਨਾਮ ਵੀ ਸੁਣੋ। ਸੂਰ ਸਿੱਧ ਲੋਹਰੀ ਪਾ ਭੰਗਰ। ਸੂਰ ਸਿੱਧ, ਲੋਹਾਰੀਪਾ ਤੇ ਭੰਗਰਨਾਥ। ਹਾਜੀ ਰਤਨ ਖਿੰਥੜਾ ਝੰਗਰ। ਹਾਜੀ ਰਤਨ, ਖਿੰਥੜਾ ਤੇ ਝੰਗਰਨਾਥ। ਕੇਵਲ ਕਰਨ ਜਾਲ ਕਾ ਸੰਗਰ। ਕੇਵਲ ਕਰਨ, ਜਾਲਕਾ। 84 ਦੇ ਨਾਮ ਇਸ ਤਰ੍ਹਾਂ ਆ ਰਹੇ ਹਨ। ਸਮਰੱਥ ਨਿਰਤ ਬਿਮਲ ਕਾ ਲੰਗਰ। ਸਮਰੱਥ, ਨਿਰਥ, ਬਿਮਲਕਾ ਅਤੇ ਲੰਗਰ ਇਹਨਾਂ ਦੇ ਨਾਮ ਹਨ। ਪੂਰਨ ਨਾਸਿਕ ਔਗੜ ਊਰਮ। ਤੇ ਪੂਰਨ ਨਾਸਿਕ, ਓਗੜਨਾਥ, ਇਹ ਸਾਰੇ ਨਾਮ ਹਨ ਇਹਨਾਂ ਦੇ। ਭਰਥਰ ਈਸ਼ਵਰ ਪਰਬਤ ਧੂਰਮ। ਭਰਤਰੀ, ਜੋਤ ਮਗਨ ਸਿੱਧ ਸੈਨ ਹਨੀਫਾ। ਜੋਤ ਮਗਨ, ਸਿੱਧ ਸੈਨ ਤੇ ਹਨੀਫਾ। ਰਾਏ ਐਨ ਪਤ ਪ੍ਰਾਨ ਕਨੀਫਾ। ਰਾਏ ਬਿਮਲ ਜੋਤ ਸੀਤਲ ਜਲ ਗਿਰਵਰ। ਤੇ ਬਿਮਲ ਜੋਤ, ਸੀਤਲ ਇਹਦਾ ਨਾਮ ਹੈ, ਤੇ ਗਿਰਵਰ ਆਦ। ਚਤੁਰ ਬੈਨ ਮੁਕਤੀਸ਼ਰ ਗਿਰ ਧਰ। ਤੇ ਚਤੁਰ ਬੈਨ ਤੇ ਗਿਰਧਰ ਆਦ, ਜਿਹੜਾ ਬੜਾ ਆਪਣੇ ਆਪ ਨੂੰ ਬਿਲਕੁਲ ਚੁੱਪਚਾਪ ਰੱਖਣ ਵਾਲਾ ਹੈ। ਸੂਰ ਐਨ ਗਿਰ ਬੋਧ ਪਲਕ ਨਿਧ। ਸੂਰ ਐਨ, ਗਿਰਬੋਧ ਆਦ, ਇਹ ਜਿਹੜੇ ਨਾਮ ਹਨ ਇਹਨਾਂ ਦੇ। ਸ਼ੰਭੂ ਮਗਨ ਧਾਰ ਕਨਕਾ ਸਿੱਧ। ਸ਼ੰਭੂ, ਮਗਨਤਾਰ ਤੇ ਕਾਲਕਾ ਆਦ, ਇਹ ਸਿੱਧ ਹਨ। ਕੌਣ ਗੋਆਲ ਕਾਲਿੰਦਰੇ ਦਰਸ਼ਨ। ਕੌਣ, ਗਵਾਲ, ਕਲਿੰਦਰਾ ਅਤੇ ਦਰਸ਼ਨ। ਚਲਨ ਜੋਤ ਤੁਲਸਾ ਗੋਵਰਧਨ। ਜਲਨ ਜੋਤ, ਤੁਲਸਾ ਅਤੇ ਗੋਵਰਧਨ, ਇਹ ਨਾਮ ਚੱਲ ਰਹੇ ਇਹਨਾਂ ਦੇ। ਕੇਵਲ ਕਰਮੀ ਕਲਾ ਬਿਲਾਸੀ। ਕੇਵਲ ਕਰਮੀ ਕਲਾ ਅਤੇ ਬਿਲਾਸੀ ਹੈ। ਭੂਤ ਵੇ ਕੇ ਕਰਨ ਕਰਮ ਨਾਸੀ। ਤੇ ਖਾਲਸਾ ਜੀਓ, ਭੂਤਵੇ, ਕੇਲ ਤੇ ਕਰਮਨਾਸੀ ਇਹਦਾ ਨਾਮ ਹੈ। ਸੰਘਰ ਕਿਸਨ ਕੁਆਰ ਅਸਰ ਸਿੱਧ। ਸੰਗਰ, ਕ੍ਰਿਸ਼ਨ ਕੁਮਾਰ, ਇਹ ਨਾਮ ਹਨ ਇਹਨਾਂ ਦੇ। ਪਲਕਾ ਕਾ ਰਾਮ ਕੁਮਾਰ ਰਾਮ ਸਿੱਧ। ਤੇ ਪਲਕਾ, ਕੁਆਰ, ਆਪੰਗ ਰੂਪੀ ਇਹ ਨਾਮ ਹੈ। ਮੀਰ ਜੰਬੀਲ ਕਲੇਸੰ ਧੂਪੀ। ਤੇ ਮੀਰ ਜੰਬੀਰ ਕਲੇਸੰ ਧੂਪੀ। ਜੋਗ ਹਰੇ ਖੁਲਾਸ ਕਸ ਧੂਪੀ। ਤੇ ਜੋਗ, ਹਰੇਸ, ਖੁਲਾਸ ਅਤੇ ਧੂਪੀ ਵੀ ਨਾਮ ਹੈ ਇਹਨਾਂ ਦਾ। ਕੇਵਲ ਕਰਮੀ ਜੋਗ ਅਨੂਪੀ। ਤੇ ਜਿਹੜੇ ਕੇਵਲ ਕਰਮੀ
ਇਹ ਜਿਹੜੇ ਅਨੂਪ ਉਪਮਾ ਤੋਂ ਰਹਿਤ ਯੋਗ ਸਾਧਨਾ ਕਰਨ ਵਾਲਾ ਹੈ। ਮੂਲ ਮੰਤਰੀ ਕੀਦਾਰ ਇੱਕ ਰੰਗੀ। ਮੂਲ ਮੰਤਰੀ ਕਿਦਾਰ ਅਤੇ ਇੱਕ ਰੰਗੀ ਇਹਦਾ ਵੀ ਨਾਮ ਹੈ। ਨਾਸਿਕਾ ਸਿਲਸਿਲਾ ਤੁਰਤ ਤਰੰਗੀ। ਨਾਸਿਕਾ ਸਿਲਸਿਲਾ ਅਤੇ ਤੁਰਤ ਰੰਗੀ। ਕੇਲੰਕਲ ਕਰਨ ਜੋਗ ਬਚਿਤਰਾ। ਕੇਲੰਕਰ ਕਲਯੋਗ ਅਤੇ ਬਚਿੱਤਰ ਜਿਹੜਾ ਬੜਾ ਅਨੋਖਾ ਹੈ। ਈਸ਼ਰ ਪਰੰਗੀ ਯੋਗ ਪਵਿੱਤਰਾ। ਈਸ਼ਰ ਪਰੰਗੀ ਅਤੇ ਪਵਿੱਤਰਾ ਹੈ, ਜਿਹੜਾ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਲਾ ਹੈ। ਸੰਭਾਲ ਕਾ ਬਿਹੰਗਮ ਜੋਗੀ। ਸੰਭਾਲ ਕਾ ਬਿਹੰਗਮ ਇਹ ਜਿਹੜਾ ਜੋਗੀ ਹੈ। ਬ੍ਰਹਮੰ ਜੋਗੀ ਬ੍ਰਹਮੰ ਭੋਗੀ। ਬ੍ਰਹਮੰ ਜੋਗੀ ਜਿਹੜਾ ਬ੍ਰਹਮ ਨੂੰ ਕਹਿ ਲੋ ਯੋਗ ਪ੍ਰਾਪਤ ਕਰਨ ਵਾਲਾ ਹੈ, ਤੇ ਬ੍ਰਹਮ ਨਾਲ ਹੀ ਭੋਗ ਭਾਵ ਬ੍ਰਹਮ ਦਾ ਰਸ ਪ੍ਰਾਪਤ ਕਰਨ ਵਾਲਾ ਹੈ। ਸਰਸੁਤੀ ਬਿਨਸਪਤੀ ਗੰਧਾਰੀ। ਸਰਸੁਤੀ ਬਿਨਸਪਤੀ ਇਹ ਗੰਧਾਰੀ ਇਹ ਨਾਮ ਹੈ ਇਹਨਾਂ ਦਾ। ਵਾਸੀ ਗੁਫਾ ਬ੍ਰਹਮ ਬ੍ਰਤ ਧਾਰੀ। ਤੇ ਜਿਹੜਾ ਖਾਲਸਾ ਗੁਫਾ ਜੀ ਲੀਨ ਰਹਿਣ ਵਾਲਾ, ਗੁਫਾ ਕਿਹੜੀ? ਆਤਮ ਰੂਪੀ ਗੁਫਾ ਵਿੱਚ ਜਿਹੜਾ ਲੀਨ ਰਹਿਣ ਵਾਲਾ ਹੈ। ਮੁਗਲ ਜੋਗ 84 ਗਿਨੀਏ। ਇਹ ਮੁੱਖ 84 ਜੋਗ ਜਾਣ ਜੋਗੀ ਜਾਣੋ, ਇਹ ਸਿੱਧ ਹਨ, ਇਹ ਨਾਥ ਹਨ, ਇਹ ਜਾਣੋ। ਸਰਬ ਨਾਮ ਸਿੱਧਨ ਕੇ ਜਨੀਏ। ਇਹ ਸਾਰੇ ਨਾਮ ਸਿੱਧਾ ਦੇ ਆਪ ਜੀ ਜਣੀਏ, ਇਹ ਜਾਣੋ। ਮਰਦਾਨਾ ਸੁਨ ਬੂਝਤ ਪਾਤਬ। ਇਹ ਸਾਰੇ ਨਾਮ ਜਦੋਂ ਸੁਣੇ ਮਰਦਾਨਾ ਜੀ ਨੇ, ਤੇ ਫਿਰ ਮਰਦਾਨਾ ਜੀ ਪੁੱਛਣ ਲੱਗੇ, ਤੁਮ ਜੋ ਕਹੇ ਸੋ ਜਾਣੇ ਮੈਂ ਸਭ। ਐ ਰੱਬ ਜੀ, ਐ ਪਰਮੇਸ਼ਰ, ਤੁਸੀਂ ਜੋ ਆਖਿਆ ਹੈ ਉਹ ਸਭ ਨਾਮ ਮੈਂ ਸੁਣ ਲਏ ਹਨ। ਏਕ ਸੰਦੇਹ ਨਿਵਾਰਨ ਕੀਜੈ। ਫਿਰ ਵੀ ਮੇਰੇ ਮਨ ਦਾ ਇੱਕ ਸ਼ੰਕਾ ਹੈ ਮਹਾਰਾਜ, ਉਹ ਸ਼ੰਕਾ ਆਪ ਜੀ ਨਿਵਰਤ ਕਰ ਦੋ। ਬਹਰੋ ਚਲਨ ਗੈਲ ਪਗ ਦੀਜੈ। ਫਿਰ ਮਹਾਰਾਜ ਜੀ ਅੱਗੇ ਜਾਵਾਂਗੇ, ਗੈਲ ਕਹਿੰਦੇ ਪਹਾੜੀ ਰਸਤੇ ਵੱਲ। ਫਿਰ ਮਹਾਰਾਜ ਅਸੀਂ ਉਤਲੇ ਪਹਾੜਾਂ ਵੱਲ ਜਾਵਾਂਗੇ, ਪਹਿਲਾਂ ਮੇਰੇ ਮਨ ਦਾ ਸ਼ੰਕਾ ਦੂਰ ਕਰ ਦੋ। ਦੋਹਰਾ ਭੋਗ ਨ ਕੀਨੋ ਨਾਰਸੋ ਐਸੇ ਲੋਕ ਅਨੇਕ। ਐ ਮਹਾਰਾਜ ਤੁਸੀਂ ਕਹਿੰਦੇ ਜਤੀ, ਜਤੀ ਕਹਿੰਦੇ ਜਤ ਰੱਖਣ ਵਾਲੇ, ਤੇ ਪਾਤਸ਼ਾਹ ਭੋਗ ਨਾ ਕੀਨੋ ਨਾਰਸੋ ਐਸੇ ਲੋਕ ਅਨੇਕ। ਐਸੇ ਤਾਂ ਬੜੇ ਜਤੀ ਹਨ ਮਹਾਰਾਜ, ਜਿਨ੍ਹਾਂ ਨੇ ਕਦੀ ਸਤਿਗੁਰ ਜੀ ਸਰੀਰ ਕਰਕੇ ਸੰਗ ਨਹੀਂ ਕੀਤਾ ਹੈ। ਕਸ਼ਟ ਜਤੀ ਤੁਮ ਕਿਉਂ ਕਹੇ ਮੁਝ ਸੰਸੈ ਪਾਏਕ। ਤੁਸੀਂ ਛੇ ਹੀ ਕਹਿ ਰਹੇ ਹੋ ਮਹਾਰਾਜ, ਜਤੀ ਤਾਂ ਹੋਰ ਵੀ ਬੜੇ ਹੋਣਗੇ, ਜਿਨ੍ਹਾਂ ਨੇ ਕਦੀ ਇਸਤਰੀ ਦਾ ਸੰਗ ਨਹੀਂ ਕੀਤਾ ਉਹੀ ਜਤੀ ਹਨ। ਅੱਜ ਵੀ ਬੜੇ ਬੇਹੰਗਮ ਹਨ ਖਾਲਸਾ ਜੀ, ਬਹੁਤ ਵਿਆਹ ਨਹੀਂ ਕਰਾਉਂਦੇ, ਸੰਗ ਨਹੀਂ ਕਰਦੇ ਇਸਤਰੀ ਦਾ, ਉਹ ਵੀ ਤਾਂ ਜਤੀ ਹੋਣਗੇ ਮਹਾਰਾਜ। ਤੁਸੀਂ ਛੇ ਹੀ ਕਿਉਂ ਕਹਿ ਰਹੇ ਹੋ ਮਹਾਰਾਜ? ਬਿਲਕੁਲ 6 ਰੱਖੇ ਆਪ ਜੀ ਨੇ, ਇਹ ਕਿਉਂ ਰੱਖੇ? ਚੌਪਈ ਸੁਨ ਸ਼੍ਰੀ ਗੁਰ ਨੇ ਬਚਨ ਉਚਾਰੇ। ਭਾਈ ਮਰਦਾਨਾ ਜੀ ਦੀ ਇਹ ਬੇਨਤੀ ਸੁਣ ਕੇ ਗੁਰਸਿੱਖਾਂ ਦੇ ਮਨ ਦੇ ਸ਼ੰਕੇ, ਸਭ ਦੇ ਮਨ ਦੇ ਸ਼ੰਕੇ ਮਹਾਰਾਜ ਜਾਣਦੇ ਹਨ, ਤਾਂ ਮਰਦਾਨੇ ਜੀ ਦੇ ਮੁਖ ਤੋਂ ਮਹਾਰਾਜ ਨੇ ਪ੍ਰਸ਼ਨ ਕਰਵਾਇਆ ਖਾਲਸਾ ਜੀ। ਤੇ ਮਹਾਰਾਜ ਉਚਾਰਨ ਕਰਨ ਲੱਗੇ, ਨਹੀਂ ਜਤੀ ਜੋ ਤੁਹੇ ਵਿਚਾਰੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪ੍ਰਧਾਨਾ ਜੀ ਸੁਣੋ ਹੁਣ, ਜਤੀ ਕਿਹਨੂੰ ਕਹਿੰਦੇ ਹਨ? ਜਿਹੜੀ ਤੁਸੀਂ ਸੋਚਦੇ ਹੋ ਪ੍ਰਧਾਨਾ ਜੀ ਉਹ ਜਤੀ ਨਹੀਂ ਹੁੰਦਾ, ਕਿਸੇ ਇਸਤਰੀ ਦਾ ਸੰਗ ਨਹੀਂ ਕਰਨਾ ਉਹ ਜਤੀ, ਨਾ ਨਾ ਨਾ, ਉਹ ਜਤੀ ਨਹੀਂ ਜੋ ਤੁਹਾਡੇ ਮਨ 'ਚ ਖਿਆਲ ਆ ਰਿਹਾ ਹੈ। ਸਰਬਰ ਖੀਕ ਬਿੰਦ ਦਰਵ ਜਾਵੇ। ਹੁਣ ਸੁਣੋ, ਸਾਰੀਆਂ ਇੰਦਰੀਆਂ ਰਾਹੀਂ ਜਿਹਦਾ ਰਸ ਬਾਹਰ ਜਾਂਦਾ ਹੈ ਉਹ ਜਤੀ ਨਹੀਂ। ਅੱਖਾਂ ਰਾਹੀਂ, ਨਾਸਕਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ, ਚਮੜੀ ਰਾਹੀਂ, ਹੱਥ ਪੈਰ ਵੀ ਤਾਂ ਇੰਦਰੀਆਂ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਕਰਮ ਇੰਦਰੀ ਦਾ ਅਰਥ ਹੈ ਜਿਹੜੀ ਕਰਮ ਕਰਦੀ ਹੋਵੇ। ਹੱਥ, ਪੈਰ, ਜੀਭ, ਗੁਦਾ, ਨਾਸਕਾ, ਕੰਨ, ਜੀਭ ਦੇ 2 ਕੰਮ, ਰਸ ਵੀ ਲੈਂਦੀ ਹੈ। ਜੀਭ ਅਤੇ ਚਮੜੀ ਇਹ ਬਣ ਗਏ 5 ਗਿਆਨ ਇੰਦਰੀਆਂ, ਜਿਨ੍ਹਾਂ ਰਾਹੀਂ ਗਿਆਨ ਮਿਲੇ। ਇਹ ਜਿਹੜੇ ਗਿਆਨ ਇੰਦਰੇ ਤਾਂ ਕਰਮ ਇੰਦਰੇ ਹਨ, ਜਿਨ੍ਹਾਂ ਨੇ ਆਪਣੇ ਕਾਬੂ ਕੀਤੇ ਹੋਏ ਹਨ, ਜਿਹੜੇ ਇਹਨਾਂ ਰਾਹੀਂ ਆਪਣਾ ਰਸ ਬਾਹਰ ਨਹੀਂ ਵੇਸਟ ਕਰਦੇ,
ਤੇ ਉਹਨੂੰ ਅਸਲ ਜਤੀ ਕਹਿੰਦੇ ਹਨ। ਇਹ ਤਾਂ 6 ਜਤੀ ਬਣੇ। ਤੇ ਖਾਲਸੇ ਪੰਥ ਵਿੱਚ ਕੀ ਹੈ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਬਖਾਣਾ, ਇਹ ਜਤੀ ਹੈ ਕਿ ਆਪਣੇ ਇਹਨਾਂ ਅੱਖਾਂ ਰਾਹੀਂ ਬੁਰਾ ਨਹੀਂ ਵੇਖਦੇ, ਕੰਨਾਂ ਰਾਹੀਂ ਬੁਰਾ ਕਹਿ ਲੋ ਬਚਨ ਨਹੀਂ ਸ਼ਰਵਣ ਕਰਦੇ। ਉਹ 6 ਜਤੀ ਹਨ। ਇਹ ਉਹ 6 ਮਹਾਨ ਹਨ, ਪੂਜਨੀਕ ਹਨ, ਤਾਂ ਇਹਨਾਂ ਨੂੰ ਜਤੀ ਆਖਿਆ ਹੈ। ਜਤੀ ਸੋਏ ਕਿਤ ਤੇ ਨਾ ਗਵਾਵੇ। ਇਹ ਜਤੀ ਉਹ ਹਨ ਜਿਹੜੇ ਕਿਸੇ ਤਰੀਕੇ ਨਾਲ ਆਪਣੇ ਰਸ ਨੂੰ ਬਾਹਰ ਨਹੀਂ ਵੇਸਟ ਕਰਦੇ। ਰਸ ਕੀ ਹੈ? ਅੱਖਾਂ ਨੂੰ ਕਹ ਲੋ ਬਾਹਰ ਲੈ ਕੇ ਦੇਖਣਾ, ਬਾਹਰ ਦੂਜੇ ਸਰੂਪ ਨੂੰ, ਤੇ ਉਹ ਖਾਲਸਾ ਜੀਓ ਰਸ ਬਾਹਰ ਚਲਾ ਗਿਆ, ਵਾਸ਼ਨਾ ਪੈਦਾ ਹੋ ਗਈ ਨਾ। ਮਹਾਂਪੁਰਖ ਇਹ ਵੀ ਦੱਸਦੇ, ਇੱਕ ਵਾਰੀ ਅੱਖਾਂ ਬਾਹਰ ਜਾਣਗੀਆਂ, ਉਹਨੂੰ ਫਿਰ ਥੱਲੇ ਰੱਖੋ, ਜੇ ਮੁੜ ਕੇ ਦੇਖੋਗੇ ਉਹ ਰਸ ਜਾਵੇਗਾ ਬਾਹਰ। ਇੱਕ ਵਾਰੀ ਕੰਨ ਆਵਾਜ਼ ਸੁਣਨਗੇ ਦੂਜੇ ਦੀ, ਦੁਬਾਰਾ ਮੁੜ ਮੁੜ ਕੇ ਸੁਣੋਗੇ, ਉਹ ਕਾਮ ਦੀ ਵਾਸ਼ਨਾ ਪੈਦਾ ਹੋ ਗਈ। ਇਸੇ ਤਰ੍ਹਾਂ ਸਾਰੀ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਹੈ। ਭਾਵ ਜਿਵੇਂ ਇੱਕ ਵਾਰੀ ਅੱਖਾਂ ਬਾਹਰ ਜਾ ਰਹੀਆਂ, ਉਹਨੂੰ ਰੋਕਣਾ ਹੈ, ਮੁੜ ਕੇ ਨਾ ਜਾਣ। ਇਹ ਉਹ 6 ਜਤੀ ਹਨ ਜਿਨ੍ਹਾਂ ਦਾ ਰਸ ਇਹਨਾਂ ਇੰਦਰੀਆਂ ਰਾਹੀਂ ਬਾਹਰ ਨਹੀਂ ਗਿਆ। ਨੈਣ ਰੂਪ ਪਿਖ ਰਹਿਓ ਲੁਭਾਈ। ਤੇ ਪਹਿਲਾ ਸੁਣੋ ਮਰਦਾਨਾ ਜੀ, ਨੈਣ ਰੂਪ ਪਿਖ ਰਹਿਓ ਲੁਭਾਈ। ਅੱਖਾਂ ਰਾਹੀਂ ਰੂਪ ਵੇਖ ਕੇ ਜਿਹੜੇ ਲੁਭਾਏਮਾਨ ਹੁੰਦੇ ਹਨ। ਅੱਖੀਂ ਵੇਖਣ ਰੱਜੀਆਂ ਬੋ ਰੰਗ ਤਮਾਸ਼ੇ। ਅੱਖਾਂ ਰੰਗ ਤਮਾਸ਼ੇ ਵੇਖ ਕੇ ਰਜਦੀਆਂ ਨਹੀਂ। ਦੱਸੋ ਕਿਹੜਾ ਜਤੀ ਸਾਡੇ ਵਿੱਚੋਂ ਹੈ ਭਾਈ? ਇੱਥੇ ਮਾਰ ਨੇ ਕਾਗਜ਼ ਸਾਡਾ ਪਾੜ ਦਿੱਤਾ, ਲੈ ਭਾਈ ਬਣਿਆ ਫਿਰਦਾ ਜਤੀ ਹੋਏ। ਅੱਖਾਂ ਤੇਰੀਆਂ ਬਾਹਰ ਰੂਪ ਨੂੰ ਵੇਖਦੀਆਂ ਹਨ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਬਾਣੀ ਦਾ ਬਚਨ ਹੈ, ਸ੍ਰੀ ਸੁਖਮਨੀ ਸਾਹਿਬ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਇਹ ਨੇਤਰ ਬਾਹਰ ਨਾ ਵੇਖਣ, ਇਹਨੂੰ ਕਹਿੰਦੇ ਅਪਰਸ। ਅਪਰਸ ਛੂੜਨਾ, ਅਪਰਸ। ਕਈ ਕਹਿੰਦੇ ਅਪਰਸ, ਅਪਰਸ ਪਾਠ ਨਹੀਂ ਹੈ, ਅਪਰਸ। ਪਰਸ ਛੂਣਾ ਤੇ ਐੜਾ ਲੱਗ ਗਿਆ, ਨਾ ਛੂਵੇ, ਛੂਣ ਤੋਂ ਰਹਿਤ। ਜਿਹਦੀਆਂ ਅੱਖਾਂ ਬਾਹਰੇ ਰੂਪ ਨੂੰ ਛੂਣਾ, ਦੇਖੋ ਦੂਰੋਂ ਦੇਖਣਾ ਵੀ ਤਾਂ ਛੂਣਾ ਹੀ ਹੈ, ਇੱਕਦਮ ਵਾਸ਼ਨਾ ਪੈਦਾ ਹੋ ਜਾਵੇ। ਪਰ ਤ੍ਰਿ ਰੂਪ ਨਾ ਪੇਖੈ ਨੇਤਰ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ। ਕੰਨਾਂ ਦੁਆਰਾ ਨਿੰਦਾ ਵੀ ਨਹੀਂ ਸੁਣਨੀ, ਤੇ ਕੰਨਾਂ ਦੁਆਰਾ ਪਰਾਈ ਇਸਤਰੀ ਦੇ ਬਚਨ ਨਹੀਂ ਸੁਣਨੇ। ਇਹ ਕੀ ਹੈ? ਇਹ ਰੋਕ ਲਿਆ, ਇਹ ਅਪਰਸ ਦੀ ਬਿਰਤੀ ਹੈ। ਪ੍ਰਧਾਨਾ ਜੀ, ਜਿਹੜਾ ਰੱਬ ਦਾ ਪਿਆਰਾ ਇਹਨਾਂ ਨੇਤਰਾਂ ਰਾਹੀਂ ਦੂਜੇ ਦੇ ਸਰੂਪ ਵੇਖ ਕੇ ਲੁਭਾਏਮਾਨ ਹੁੰਦਾ ਹੈ, ਤਾਂ ਹੀ ਸਮੈ ਨੈਣ ਦਰ ਜਾਈ। ਤੇ ਉਸੇ ਵੇਲੇ ਨੈਣ ਦੇ ਦਰਾਂ ਰਾਹੀਂ ਉਹ ਰਸ ਬਾਹਰ ਚਲਾ ਜਾਂਦਾ ਹੈ। ਉਸੇ ਵੇਲੇ ਚਲਾ ਗਿਆ, ਬਸ ਹੋ ਗਿਆ ਜਤੀ ਫੇਲ, ਜਦ ਖਤਮ ਹੋ ਗਿਆ ਨਾ, ਉਸੇ ਵੇਲੇ। ਤਾਂ ਹੀ ਸਮੈ ਨੈਣ ਦਰ ਜਾਈ। ਉਹਦੇ ਨੈਣ ਦਰਵ ਜਾਂਦੇ ਹਨ। ਦਰਵ ਦਾ ਅਰਥ ਹੈ ਨੈਣ ਦਾ, ਅੱਖਾਂ ਦਾ ਰਸ, ਜਿਹੜਾ ਮਨ ਦਾ ਰੂਹਾਨੀ ਰਸ ਹੈ ਨਾ, ਉਹ ਬਾਹਰ ਚਲਾ ਜਾਵੇਗਾ ਤੇ ਉਹ ਅਸਰ ਰਸ ਤੋਂ ਵਿਗੜ ਜਾਵੇਗਾ। ਖਾਲਸਾ ਜੀ, ਉਹ ਕਾਮ ਦੀ ਵਾਸ਼ਨਾ ਪੈਦਾ ਹੋਵੇਗੀ। ਤੀਯ ਰਸ ਸੁਨ ਹੈ ਜਬ ਹੈ ਦੇ ਕਾਨਾ। ਤੇ ਫਿਰ ਆਗੇ ਕੰਨ, ਜਿਹੜੇ ਇਹਨਾਂ ਕੰਨਾਂ ਰਾਹੀਂ ਤ੍ਰਿਆ ਰਸ, ਤ੍ਰਿਆ ਇਸਤਰੀਆਂ ਦੀ ਗੱਲਾਂ ਆਦਿਕ ਸੁਣਦੇ ਹਨ। ਜਾਏ ਸ਼ਰਵਣ ਦਰ ਬਿੰਦ ਲੁਭਾਨਾ। ਤੇ ਇਹਨਾਂ ਕੰਨਾਂ ਰਾਹੀਂ, ਸ਼ਰਵਨ ਰਾਹੀਂ ਉਹ ਰਸ ਬਾਹਰ ਚਲਾ ਜਾਂਦਾ ਹੈ, ਉਹ ਵੀ ਜਤੀ ਨਹੀਂ ਰਿਹਾ। ਚਲੋ ਅੱਖਾਂ ਰਾਹੀਂ, ਕਿਸੇ ਦੀ ਅੱਖਾਂ ਬੰਦ, ਕੋਈ ਸੂਰਮਾ ਹੈ, ਅੱਖਾਂ ਰਾਹੀਂ ਨਹੀਂ ਵੇਖ ਸਕਦਾ, ਪਰ ਕੰਨਾਂ ਰਾਹੀਂ ਤਾਂ ਸੁਣਦੇ ਭਾਈ ਕੋਈ। ਉਹ ਕੰਨਾਂ ਰਾਹੀਂ ਜਿਹੜੇ ਸੁਣਦੇ ਹਨ,
ਉਹ ਵੀ ਜਤੀ ਨਹੀਂ ਹਨ। ਮੁਖ ਤੇ ਤਰੁਣੀ ਰਸ ਕੀ ਬਾਤਾ। ਚਲੋ ਮੰਨਿਆ ਕਿਸੇ ਦੇ ਕੰਨ ਵੀ ਕੰਮ ਨਹੀਂ ਕਰਦੇ, ਜਿਹੜੇ ਕੰਮ ਨਹੀਂ ਕੰਮ ਕਰਨਗੇ ਉਹ ਮੁਖ ਤੋਂ ਗੂੰਗਾ ਵੀ ਹੋਵੇਗਾ। ਫਿਰ ਦੋਵਾਂ ਦਾ ਸੰਬੰਧ ਜੁੜਿਆ ਹੈ। ਤੇ ਜਿਹੜਾ ਕਹਿ ਲੋ ਮੁਖ ਤੋਂ ਤਰੁਣੀ ਰਸ, ਇਸਤਰੀ ਦੇ ਰਸ ਦੀ ਗੱਲਾਂ ਕਰਦਾ ਹੈ, ਕਾਮ ਦੇ ਰਸ ਦੀ ਗੱਲਾਂ ਕਰਦਾ ਹੈ, ਹਿਤ ਸੋ ਲਾਏ ਕਰਤ ਯੋ ਜਾਤਾ। ਤੇ ਬੜੇ ਮਨ ਕਰਕੇ ਉਹ ਗੱਲਾਂ ਬਾਤਾਂ ਕਰਦਾ ਹੈ ਕਿ ਹੁਣੇ ਹੀ ਮੈਂ ਸੰਗ ਕਰ ਲਵਾਂ। ਕਰ ਹੈ ਸਪਰਸ਼ ਅੰਗਨਾ ਅੰਗਾ। ਤੇ ਫਿਰ ਜਿਹੜਾ ਇਸਤਰੀ ਦੇ ਅੰਗਾਂ ਨਾਲ ਸਪਰਸ਼ ਕਰਦਾ ਹੈ, ਦੇਹ ਬਿਦ ਜਾਵਹਿ ਬਿੰਦ ਨਿਸੰਗਾ। ਤੇ ਉਸ ਵੇਲੇ ਨਿਸੰਗ ਹੋ ਕੇ ਉਹਦਾ ਬਿੰਦ ਸਰੀਰ ਤੋਂ ਬਾਹਰ ਆ ਜਾਂਦਾ ਹੈ। ਦੋਹਰਾ ਅਸ਼ਟ ਬਿਦਨ ਕੋ ਭੋਗ ਹੈ, ਤਿਨ ਤੇ ਜੋ ਵਿਪਰੀਤ। ਮਰਦਾਨਾ ਜੀ ਇਹ 8 ਤਰ੍ਹਾਂ ਦਾ ਭੋਗ ਹੈ, ਜੋ ਪਿੱਛੇ ਦੱਸਿਆ ਸੀ ਨਾ ਖਾਲਸਾ ਜੀਓ। ਗੁਰੂ ਨਾਨਕ ਪਾਤਸ਼ਾਹ ਸਿੰਗਲਾਦੀਪ ਗਏ, ਉਥੇ ਰਾਜੇ ਸ਼ਿਵਨਾਥ ਨੂੰ ਵੀ ਗਿਆਨ ਬਖਸ਼ਿਸ਼ ਕੀਤਾ ਸੀ। ਇਹ 8 ਤਰ੍ਹਾਂ ਦਾ ਸੰਗ ਕਰਨਾ ਹੈ ਤੇ ਇਸ ਤੋਂ ਜਿਹੜਾ ਬਚ ਕੇ ਰਵੇ। ਪੂਰਨ ਜਤੀ ਸੋ ਜਾਨੀਏ, ਲੀਨ ਕਾਮ ਤੇ ਜੀਤ। ਤੇ ਉਹਨੂੰ ਜਾਣੋ, ਪੂਰਨ ਜਤੀ ਉਹ ਹੈ ਜਿਤਨੇ ਕਾਮ ਨੂੰ ਵਸ ਕਰ ਲਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿਵੇਂ ਆਵੇਗਾ ਜੀ? ਗੁਰੂ ਦੀ ਕਿਰਪਾ ਨਾਲ, ਬਸ ਹੋਰ ਕੋਈ ਤਰੀਕਾ ਨਹੀਂ ਹੈ। ਇਹ ਮਨ ਦੀ ਵਾਸ਼ਨਾ ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ੁਬਾਨ ਰਾਹੀਂ, ਚਮੜੀ ਰਾਹੀਂ ਬਾਹਰ ਭਜਦੀ ਫਿਰਦੀ ਹੈ। ਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਮਨ ਕਾਬੂ 'ਚ ਆ ਜਾਵੇ ਤਾਂ ਫਿਰ ਉਹ ਰੱਬ ਦਾ ਪਿਆਰਾ ਜਤੀ ਬਣਦਾ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਪੂਰੀ ਕਿਰਪਾ, ਬਸ ਕਿਰਪਾ ਸਭ ਤੇ ਹੈ, ਕਿਸੇ ਥੋੜੀ, ਕਿਸੇ ਹੈ ਕਨੇਰੀ। ਜੇ ਪੂਰੀ ਕਿਰਪਾ ਹੈ ਕਾਲ ਪੁਰਖ ਦੀ ਤਾਂ ਇਹ ਮਨ ਕਾਬੂ 'ਚ ਆਉਂਦਾ ਹੈ। ਜਿਹਦਾ ਮਨ ਕਾਬੂ 'ਚ ਆ ਗਿਆ ਉਹ ਜਤੀ ਹੈ। ਚੌਪਈ ਖਸ਼ਟ ਜਤੀ ਹੈ ਔਰ ਨਾ ਕੋਈ। ਪ੍ਰਧਾਨਾ ਜੀ 6 ਜਤੀ ਹਨ, ਹੋਰ ਜਤੀ ਕੋਈ ਨਹੀਂ ਹੈ। ਬਸ ਇਹ 6 ਜਤੀ ਮੁਖ ਹਨ। ਸੁਨ ਕਰ ਨਿਰਸੰਸਤਾ ਹੋਈ। ਆਖੋ ਸਤਨਾਮ। ਸ੍ਰੀ ਇਹ ਸੁਣ ਕੇ ਤੁਹਾਡੇ ਮਨ ਵਿੱਚ ਵੀ ਕੋਈ ਵਿਚਾਰ ਆਈ ਹੋਣੀ, 6 ਜਤੀ ਜੰਮੇ ਅਜੇ ਤੱਕ। ਇਹਦਾ ਕਾਰਨ ਇਹ ਹੈ, ਉਹ ਅਵਤਾਰੀ ਪੁਰਖ ਮੁੜ ਮੁੜ ਕੇ ਆ ਜਾਂਦੇ ਹਨ। ਅਵਤਾਰੀ ਪੁਰਖ ਜੰਮਦੇ ਮਰਦੇ ਨਹੀਂ। ਜਨਮ ਮਰਨਾ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਫਿਰ ਕਿਸੇ ਸਰੂਪ ਧਾਰ ਕੇ ਆ ਜਾਂਦੇ ਤੇ ਦੁਨੀਆ ਨੂੰ ਕਹਿ ਲੋ ਸਿੱਧੇ ਰਸਤੇ ਪਾਈ ਜਾਂਦੇ। ਉਹਨੂੰ ਕਹਿੰਦੇ ਖਾਲਸਾ ਜੀਓ, ਰੱਬ ਦੇ ਖਾਸ ਸਪੁੱਤਰ ਆਉਂਦੇ ਹਨ। ਰੱਬ ਦੇ ਭੰਡਾਰੇ ਚੋਂ ਉਹ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਲਈ ਆਉਂਦੇ ਰਹਿੰਦੇ। ਉਹਨੂੰ ਨਿਤ ਅਵਤਾਰ ਕਹਿੰਦੇ ਰੱਬ ਦੇ। ਉਹ ਨਿਤ ਅਵਤਾਰ, 6 ਤਰ੍ਹਾਂ ਦੇ ਅਵਤਾਰ, ਅੰਸਾ ਅਵਤਾਰ, ਅਵੇਸਾ ਅਵਤਾਰ, ਨਿਤ ਅਵਤਾਰ, ਨਮਿਤ ਅਵਤਾਰ, ਕਲਾ ਅਵਤਾਰ, ਪੂਰਨ ਅਵਤਾਰ। ਉਹ ਨਿਤ ਅਵਤਾਰ ਹਨ, ਉਹ ਆਉਂਦੇ ਰਹਿੰਦੇ ਹਨ। ਇਹ 6 ਜਤੀ ਹਨ ਤੇ ਇਹ 6 ਜਤੀ ਹੀ ਮੁਖ ਕਰਕੇ ਜਾਣੋ। ਜਦੋਂ ਮਰਦਾਨਾ ਜੀ ਨੇ ਸੁਣਿਆ ਤੇ ਮਨ ਦਾ ਸ਼ੰਕਾ ਦੂਰ ਹੋ ਗਿਆ। ਪੁਨ ਮਰਦਾਨਾ ਬਚਨ ਅਲਾਵੈ। ਫਿਰ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਅਗਰਜ ਚਲੀਏ ਜੇ ਤੁਧ ਭਾਵੈ। ਰੱਬ ਜੀ ਜੇ ਤੁਹਾਨੂੰ ਚੰਗਾ ਲੱਗਦਾ ਮਰਦ ਅੱਗੇ ਚਲੀਏ। ਹੁਣ ਮਹਾਰਾਜ ਸਾਨੂੰ ਸਭ ਦੇ ਦਰਸ਼ਨ ਬਰਸ਼ਨ ਹੋ ਗਏ, ਸਭ ਸਿੱਧੇ ਰਸਤੇ ਪੈ ਗਏ। ਮਹਾਰਾਜ ਸਤਿਗੁਰ ਪਾਤਸ਼ਾਹ ਹੁਣ ਅੱਗੇ ਚਲੀਏ। ਇਨ ਤੇ ਉੱਚੇ ਥਾਨ ਬਿਸ਼ੇਖਾ। ਇਸ ਤੋਂ ਉੱਚੇ ਥਾਂ ਵੀ ਦੇਖਣੇ ਮਹਾਰਾਜ, ਜਿਹੜੇ ਵਿਸ਼ੇਸ਼ ਅਸਥਾਨ, ਬਿਸ਼ੇਖਾ, ਜਿਹੜੇ ਵਿਸ਼ੇਸ਼ ਅਸਥਾਨ ਹਨ ਉਹ ਵੀ ਵੇਖ ਲਈਏ। ਦਿਲ ਕੋ ਚਾਹਤ ਹਉ ਮੈਂ ਦੇਖਾ। ਮੈਂ ਦੇਖਣਾ ਚਾਹੁੰਦਾ ਇਹਨਾਂ ਅੱਖਾਂ ਰਾਹੀਂ ਉਹ ਕਿਹੜੇ ਕਿਹੜੇ ਮਹਾਤਮਾ ਹੋਰ ਉੱਤੇ ਬੈਠੇ ਹਨ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹਦਾ ਭਾਵ ਹੈ ਰਿੱਧੀਆਂ ਸਿੱਧੀਆਂ ਤੋਂ ਉੱਤੇ ਵੀ ਕੋਈ ਬੈਠਾ ਹੈ ਖਾਲਸਾ ਜੀ। ਇਹ ਰਿੱਧੀਆਂ ਸਿੱਧੀਆਂ ਉਹੀ ਹੈ, ਸਿੱਧ ਜੋਗੀ। ਇਸ ਤੋਂ ਉੱਤੇ ਕਾਕ ਪਸੁੰਡ ਵਰਗੇ, ਪ੍ਰਹਲਾਦ ਵਰਗ ਰੱਬ ਦੇ ਪਿਆਰੇ। ਤੇ ਧਰੂ 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਉਹ ਨਾਮ ਜਪਣ ਵਾਲੇ, ਰਾਮ ਜਪੋ ਜੀ ਐਸੇ ਐਸੇ।
ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹ ਬੈਠੇ ਹਨ। ਫਿਰ ਕਾਕ ਭਸੁੰਡ ਵੀ ਉਹਨਾਂ ਦੇ ਨੇੜੇ ਉਰਲੇ ਪਾਸੇ ਹੈ। ਤੇ ਮਹਾਰਾਜ ਦਰਸ਼ਨ ਕਰਨਾ ਚਾਹੁੰਦਾ, ਬੁੱਤੇ ਵੀ ਚਲੀਏ, ਉਹ ਵੀ ਮਹਾਰਾਜ ਦਰਸ਼ਨ ਕਰ ਲਈ ਉਹਨਾਂ ਦੇ। ਸ਼੍ਰੀ ਗੁਰ ਕਹੈ ਬਿਲੰਬ ਨ ਕੋਈ। ਪਾਤਸ਼ਾਹ ਕਹਿੰਦੇ ਫਿਕਰ ਨਾ ਕਰ ਮਰਦਾਨਾ ਜੀ, ਦੇਰੀ ਲੱਗਣੀ ਸਾਨੂੰ, ਹੁਣੇ ਪਹੁੰਚ ਜਾਵਾਂਗੇ, ਉਡਾਰੀ ਮਾਰਨੀ, ਹੁਣੇ ਪਹੁੰਚ ਜਾਵਾਂਗੇ ਸਾਰੀ ਥਾਵਾਂ ਤੇ। ਚੱਲ ਦੇਖੋ ਦੇਖਨ ਹਿਤ ਜੋਈ। ਚਲੋ ਵੇਖਦੇ ਹਾਂ, ਜੋ ਵੇਖਣ ਯੋਗ ਹੈ ਉਹ ਵੇਖ ਲੈਨੇ ਹਾਂ। ਅਸ ਕਹਿ ਕਰ ਸ਼੍ਰੀ ਗੁਰ ਸੁਖਕਾਰੀ। ਇਸ ਤਰ੍ਹਾਂ ਕਹਿ ਕੇ ਸੁਖ ਦੇਣ ਵਾਲੇ ਧੰਨ ਗੁਰੂ ਨਾਨਕ ਮਹਾਰਾਜ ਜੀ। ਗਮਨ ਹੇਤ ਪੁਨ ਕੀਨੀ ਤਿਆਰੀ। ਤੇ ਪਾਤਸ਼ਾਹ ਨੇ ਅੱਗੇ ਚਾਲੇ ਪਾਣ ਲਈ, ਅੱਗੇ ਜਾਣ ਲਈ ਤਿਆਰੀ ਕਰ ਲਈ ਹੈ। ਵਿਖ ਕਰ ਗੋਪੀ ਚੰਦ ਬਖਾਨਾ। ਜਦੋਂ ਪਾਤਸ਼ਾਹ ਨੇ ਕਮਰ ਕਿੱਸਾ ਕੀਤਾ, ਤਿਆਰ ਬਰ ਤਿਆਰ ਹੋਏ, ਇਹ ਵੇਖ ਕੇ ਗੋਪੀ ਚੰਦ ਕਹਿਣ ਲੱਗਾ, ਮੰਗਲਨਾਥ ਸੁਨ ਹੋ ਦੇ ਕਾਨਾ। ਐ ਗੋਪੀਨਾਥ ਨੇ ਆਖਿਆ, ਮੰਗਲਨਾਥ ਸੁਣ। ਗੋਪੀਨਾਥ ਮੰਗਲਨਾਥ ਉਹ ਆਖਦਾ ਹੈ, ਮੰਗਲਨਾਥ ਜੀ ਕੰਨ ਦੇ ਕੇ ਸੁਣੋ। ਨਾਨਕ ਤਪਾ ਚਲਨ ਭੇ ਤਿਆਰੂ। ਇਹ ਗੁਰੂ ਨਾਨਕ ਤਪਾ ਜੀ ਇੱਥੋਂ ਜਾਣ ਲਈ ਅੱਗੇ ਤਿਆਰੀ ਕਰ ਲਈ ਇਹਨਾਂ ਨੇ, ਕਮਰ ਕੱਸਾ ਕੱਸ ਲਿਆ ਇਹਨਾਂ ਨੇ, ਹੁਣ ਅੱਗੇ ਜਾਣ ਲੱਗੇ ਹਨ। ਚਲ ਹੋਇਆ ਆਪ ਕੀ ਜੈ ਸਤਕਾਰੂ। ਤੇ ਚਲੋ ਸਤਕਾਰ ਕਰੋ ਕੋਈ ਮਹਾਂਪੁਰਖ ਦਾ। ਆਣ ਵੇਲੇ ਆਖੋ ਜੀ ਆਇਆਂ ਨੂੰ, ਜਾਣ ਵੇਲੇ ਆਖੋ ਪਾਤਸ਼ਾਹ ਤੁਹਾਡਾ ਬਹੁਤ ਸ਼ੁਕਰ ਹੈ ਮਹਾਰਾਜ, ਤੁਸੀਂ ਦਰਸ਼ਨ ਦਿੱਤੇ ਮਹਾਰਾਜ। ਬੇਨਤੀ ਕਰੋ ਰੋਕ ਲਓ ਮਹਾਰਾਜ ਜੀ, ਇੱਥੋਂ ਜਾਣ ਨਾ ਦੋ, ਰੋਕ ਲਓ, ਇੱਥੋਂ ਦਰਸ਼ਨ ਹੁੰਦੇ ਰਹਿਣਗੇ ਇਹਨਾਂ ਦੇ ਮਹਾਂਪੁਰਖਾਂ ਦੇ। ਇਹ ਹੁੰਦਾ ਹੀ ਹੈ ਨਾ, ਇਹ ਨਾ ਆਖੋ ਵੀ ਨਿਕਲੋ ਬਾਹਰ, ਇਹ ਤਾਂ ਨਹੀਂ ਆਖੀਦਾ ਨਾ। ਕੋਈ ਮਹਾਂਪੁਰਖ ਸੰਤ ਮਹਾਤਮਾ ਘਰ ਆਵੇ, ਕਦੀ ਬਾਹਰ ਨਹੀਂ ਕੱਢੀਦਾ ਉਹਨਾਂ ਨੂੰ। ਬੇਨਤੀ ਕਰੋ ਪਾਤਸ਼ਾਹ ਕੁਝ ਹੋਰ ਸਮਾਂ ਰਹੋ ਇਹਨਾਂ ਨੂੰ, ਜੇ ਨਹੀਂ ਰੁਕਦੇ ਤਾਂ ਸਤਿਕਾਰ ਵਜੋਂ ਇਹਨਾਂ ਨੂੰ ਮਹਾਰਾਜ ਤੁਹਾਡਾ ਜਿਵੇਂ ਹੁਕਮ ਹੈ ਉਵੇਂ ਕਰ ਸਕਦੇ ਹੋ। ਇਸ ਤਰ੍ਹਾਂ ਮੰਗਲਨਾਥ ਜੀ ਕਰੀਏ। ਜੇ ਤੁਮ ਕਹੇ ਰਹਿ ਇਹ ਥਾਈ। ਜੇ ਤੁਹਾਡੇ ਕਹੇ ਅਨੁਸਾਰ ਇੱਥੇ ਰਹਿ ਜਾਣਗੇ, ਜਾਂ ਤੇ ਨੀਕੀ ਅਪਰ ਨ ਕਾਈ। ਇਸ ਤੋਂ ਵਧੀਆ ਹੋਰ ਕੀ ਹੋਵੇਗਾ। ਮੰਗਲਨਾਥ ਜੀ ਤੁਸੀਂ ਵੱਡੇ ਹੋ, ਬੜੇ ਪਿਆਰੇ ਹੋ ਗੁਰੂ ਨਾਨਕ ਮਹਾਰਾਜ ਦੇ, ਤੁਸੀਂ ਬੇਨਤੀ ਕਰੋ ਮਹਾਰਾਜ ਜੀ ਨੂੰ ਕਿ ਮਹਾਰਾਜ ਇੱਥੇ ਹੋਰ ਸਮਾਂ ਰੁਕ ਜਾਓ। ਜਿਨ ਕੇ ਬਚਨ ਗਿਆਨ ਮਹਿ ਪੀਨੇ। ਜਿਨ੍ਹਾਂ ਦੇ ਬਚਨਾਂ ਵਿੱਚ ਆਤਮ ਰਸ ਭਰਿਆ ਹੋਇਆ ਹੈ, ਰੂਹਾਨੀ ਗਿਆਨ ਭਰਿਆ ਹੋਇਆ ਹੈ। ਇਹਨਾਂ ਦੇ ਬੋਲਾਂ ਵਿੱਚ ਜਿਹੜਾ ਬਚਨ ਬਾਹਰ ਆਉਂਦਾ ਹੈ ਉਹ ਬਚਨ ਆਮ ਨਹੀਂ, ਅੰਮ੍ਰਿਤ ਬਾਣੀ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ 부ਜੀ ਸੀਤਲ ਹੋਏ ਮਨਵਾ। ਇਹ ਬਚਨ ਹਨ ਇਹਨਾਂ ਦੇ। ਬਚਨ ਸੁਣਦੇ ਸਾਰ ਹਉਮੈ ਖਤਮ ਹੋ ਜਾਂਦੀ ਹੈ, ਅੰਦਰ ਦੀ ਅੱਗ ਬੁਝ ਜਾਂਦੀ ਹੈ, ਮਨ ਠੰਡਾ ਠਾਰ ਹੋ ਜਾਂਦਾ ਹੈ, ਸਾਰਾ ਸਰੀਰ ਸ਼ਾਂਤ ਹੋ ਜਾਂਦਾ ਹੈ। ਇਹ ਬਚਨ ਇਹਨਾਂ ਦੇ ਹਨ, ਅੰਮ੍ਰਿਤ ਵਰਗੇ ਬਚਨ ਹਨ ਇਹਨਾਂ ਦੇ। ਰੋਕ ਲੋ ਇਹਨਾਂ ਨੂੰ, ਬੇਨਤੀ ਕਰੀਏ। ਹੋਏ ਸਨਾਥ ਤੇ ਸੰਗਤ ਕੀਨੇ। ਅਸੀਂ ਸੰਗਤ ਕਰਕੇ ਇਹਨਾਂ ਦੀ, ਹੋਏ ਸਨਾਥ ਤੇ ਸੰਗਤ ਕੀਨੇ, ਇਹਨਾਂ ਦੀ ਸੰਗਤ ਕਰਕੇ ਅਸੀਂ ਅਜੇ ਨਾਥ ਹਾਂ, ਸਨਾਥ ਨਹੀਂ। ਤੇ ਅਸੀਂ ਸਨਾਥ ਬਣ ਜਾਵਾਂਗੇ। ਜਦੋਂ ਸਾਡੇ ਮਨ ਦਾ ਮਾਣ ਹੀ ਦੂਰ ਕਰਤਾ, ਫਿਰ ਅਸੀਂ ਬਣਾਂਗੇ ਸਨਾਥ। ਇਹਨਾਂ ਦਾ ਸੰਗ ਕਰਕੇ ਅਸੀਂ ਅਸਲ ਨਾਥ ਬਣ ਜਾਵਾਂਗੇ। ਕਹਿਤ ਪਰਸ ਪਰ ਬਚਨ ਬਿਲਾਸੂ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਖਾਲਸਾ ਗੋਪੀਨਾਥ ਅਤੇ ਮੰਗਲਨਾਥ ਗੱਲਾਂ ਬਾਤਾਂ ਕਰ ਰਹੇ ਹਨ। ਚੱਲ ਆਏ ਸ੍ਰੀ ਗੁਰੂ ਕੇ ਪਾਸੂ। ਤੇ ਗੱਲਾਂ ਕਰਦੇ ਕਰਦੇ ਗੁਰੂ ਨਾਨਕ ਮਹਾਰਾਜ ਦੇ ਕੋਲ ਚੱਲ ਕੇ ਆ ਗਏ। ਗੁੱਗੂ ਨਾਥ ਸੁਮੰਗਲ ਨਾਥਾ। ਗੁੱਗੂਨਾਥ ਅਤੇ ਮੰਗਲਨਾਥ ਪ੍ਰਾਨਨਾਥ ਆਵਾਹਿਤ ਸਾਥਾ। ਤੇ ਬੜੇ ਪ੍ਰੇਮ ਨਾਲ ਪ੍ਰਾਨਨਾਥ ਆਇਆ ਖਾਲਸਾ ਜੀ। ਇਹ ਉਹ ਹਨ ਜਿਹੜੇ ਕਹਿ ਲੋ ਪੂਜਨੀਕ ਹਨ ਸਾਡੇ ਲਈ। ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੈ, ਸਤਿਕਾਰ ਸਭ ਦਾ। ਕਦੀ ਬੁਰਾ ਸ਼ਬਦ ਨਾ ਆਖੋ ਇਹਨਾਂ ਨੂੰ। ਇਹ ਵੀ ਕਰਨੀ ਵਾਲੇ ਮਹਾਤਮਾ ਪੁਰਖ ਹਨ ਭਾਈ। ਸਭ ਤੇ ਨੀਚ ਆਪਨ ਕੋ ਜਾਨੋ। ਤਾਂ ਹੀ ਪਾਤਸ਼ਾਹ ਕਹਿੰਦੇ ਵੀ ਮੈਂ ਸਭ ਤੋਂ ਨੀਵਾਂ ਹਾਂ, ਨਾਨਕ ਨੀਚ ਕਹੇ ਵਿਚਾਰ। ਇੱਥੇ ਇੱਕ ਵਿਦਵਾਨ ਨੇ ਅਰਥ ਕੀਤੇ, ਅਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਖੋਰ, ਪੂਰੇ ਲਿਖੇ ਨਾ ਸਾਰੇ ਬੁਰੇ ਬੰਦੇ।
ਪਾਤਸ਼ਾਹ ਕਹਿੰਦੇ ਮੇਰੇ ਮਨ ਵਿੱਚ ਹੰਕਾਰ ਨਾ ਆ ਜਾਏ ਕਿ ਮੈਂ ਇਹਨਾਂ ਤੋਂ ਭਲਾ ਵਾਂ। ਮਨ ਚ ਹੰਕਾਰ ਵੀ ਇਹ ਵੀ ਮੂਰਖ ਹੈ, ਇਹ ਵੀ ਨੀਚ ਹੈ, ਇਹ ਹਰਾਮਖੋਰ ਹੈ, ਇਹ ਪਾਪੀ ਹੈ। ਮੇਰੇ ਮਨ ਚ ਹੰਕਾਰ ਨਾ ਆ ਜਾਏ ਕਿ ਮੈਂ ਇਹਨਾਂ ਤੋਂ ਚੰਗਾ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਨੀਚ ਕਹੇ ਵਿਚਾਰ, ਮੈਂ ਤਾਂ ਹੋਰ ਨੀਵਾਂ ਇਹਨਾਂ ਤੋਂ। ਇੱਕ ਵਿਦਵਾਨ ਨੇ ਅਰਥ ਅਤੇ ਇਹ ਵੀ ਅਰਥ ਕੀਤੇ, ਸੰਪਰਦਾਈ ਵਿਦਵਾਨ ਅਰਥ ਕੀਤੇ ਵੀ ਸਾਰੇ ਉੱਪਰ ਲਿਸਟ ਬਣਾਈਏ ਨੀਚਾਂ ਦੀ। ਨਾਨਕ ਜਮਕੀ ਦੇ ਕੇ ਨੀਚ ਕਹੇ ਵਿਚਾਰ, ਇਹ ਗੱਲ ਦੱਸੀ ਸਾਰੀ ਨੀਚਾਂ ਦੀ ਖਾਲਸਾ ਜੀ। ਤੇ ਤਾਂ ਪਾਤਸ਼ਾਹ ਖਾਲਸਾ ਜੀ ਨਿਮਰਤਾ ਵਿੱਚ ਰਹਿਣ ਵਾਲੇ ਆਪ, ਤੇ ਉਹ ਨਿਮਰਤਾ ਰਸ ਪਿਆ ਇਸ ਮੰਗਲਨਾਥ ਉੱਤੇ ਖਾਲਸਾ ਜੀ। ਇਹ ਧੰਨ ਹੋ ਗਿਆ। ਤੇ ਮੰਗਲਨਾਥ ਵੀ ਬੜੇ ਪ੍ਰਾਣਾਂ ਦਾ ਪਿਆਰਾ, ਇਹ ਵੀ ਆ ਗਿਆ ਮਹਾਰਾਜ ਕੋਲ, ਤੇ ਪ੍ਰਾਣਨਾਥ ਵੀ ਆ ਗਿਆ। ਭਰਥਰੀ ਗੋਪੀ ਚੰਦ ਸੁਜਾਨਾ, ਭਰਥਰੀ ਗੋਪੀ ਚੰਦ ਜਿਹੜੇ ਬੜੇ ਸਿਆਣੇ ਹਨ, ਇਹ ਵੀ ਆ ਗਏ। ਬੈਠ ਸਮੀਪਹਿ ਪ੍ਰੇਮ ਮਹਾਨਾ, ਇਹ ਮਹਾਰਾਜ ਦੇ ਕੋਲ ਬੈਠ ਗਏ, ਬੜੇ ਪ੍ਰੇਮ ਨਾਲ ਬੈਠੇ ਹਨ। ਅੱਜ ਮਾਣ ਨਹੀਂ ਹੈ, ਅੱਜ ਗੋਸ਼ਟ ਕਰਨ ਨਹੀਂ ਆਏ, ਅੱਜ ਬਖਸ਼ਿਸ਼ ਲੈਣ ਲਈ ਆਏ ਮਹਾਰਾਜ ਕੋਲ। ਹੱਥ ਬੰਦ ਕੈ ਬਚਨ ਅਲਾਏ, ਤੇ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਰਹੋ ਇਹਾਂ ਕਿਉ ਤਪਾ ਸਿਧਾਏ। ਨਾਨਕ ਤਪਾ ਜੀ ਇੱਥੋਂ ਕਿਉਂ ਜਾਂਦੇ ਹੋ, ਇੱਥੇ ਰਹੋ। ਤੁਹਾਡੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਜਾਂਦੇ ਹਾਂ। ਤੁਹਾਡੇ ਦਰਸ਼ਨ ਨਹੀਂ ਬਸ ਸਾਡੇ ਮਨ ਨੂੰ ਸ਼ਾਂਤ ਕਰ ਦਿੰਦੇ ਹਨ। ਤਪਾ ਜੀ ਅੱਗੇ ਨਾ ਜਾਓ, ਇੱਥੇ ਹੀ ਰਹੋ। ਸਿੱਧ ਮੰਡਲੀ ਕਰੋ ਸਨਾਥਾ, ਅਸੀਂ ਸਾਰੇ ਅਨਾਥ ਹੀ ਹਾਂ, ਸਾਨੂੰ ਸਨਾਥ ਕਰ ਦਿਓ ਬਸ। ਤੁਹਾਡੇ ਵਰਗੇ ਸਾਨੂੰ ਦਰਸ਼ਨ ਦੇਣਗੇ ਨਾ ਅਕਾਲ ਪੁਰਖ, ਤੇ ਲੱਗਦਾ ਅਸੀਂ ਵੀ ਤਰ ਜਾਵਾਂਗੇ। ਇਹ ਨਾਨਕ ਤਪਾ ਜੀ ਇੱਥੇ ਰਹੋ, ਇਹ ਸਿੱਧ ਮੰਡਲੀ ਨੂੰ ਸਨਾਥ ਕਰ ਦੋ। ਵੈਸੇ ਕਰੋ ਨਿਰੰਜਨ ਗਾਥਾ, ਇੱਥੇ ਬੈਠ ਕੇ ਰੱਬ ਦੀਆਂ ਗੱਲਾਂ ਕਰੋ ਬਸ, ਹੋਰ ਕੁਝ ਨਹੀਂ ਕਰਨਾ ਅਸੀਂ ਬਸ। ਹਰ ਵੇਲੇ ਅਕਾਲ ਅਕਾਲ ਦੀਆਂ ਗੱਲਾਂ, ਹਰ ਵੇਲੇ ਵਾਹਿਗੁਰੂ ਰੱਬ ਦੀਆਂ ਗੱਲਾਂ ਕਰਨੀਆਂ, ਹਰ ਵੇਲੇ ਗਿਆਨ ਗੋਸ਼ਟ ਆਤਮ ਰਸ ਦੀਆਂ ਗੱਲਾਂ ਕਰਨੀਆਂ ਹਨ। ਦੋਹਰਾ ਨਹਿ ਤੁਮ ਕੋ ਜੰਜਾਰ ਕਛ ਰਹਿਆ ਨ ਕੋ ਕਾਜ, ਤੁਹਾਨੂੰ ਕੋਈ ਜੰਜਾਲ ਤਾਂ ਹੈ ਨਹੀਂ, ਨਾ ਘਰ ਗ੍ਰਸਤੀ ਦਾ ਫਿਕਰ ਹੈ, ਨਾ ਕੋਈ ਤੁਹਾਨੂੰ ਹੋਰ ਫਿਕਰ ਹੈ। ਤੁਸੀਂ ਤਾਂ ਹਰ ਪੱਖ ਤੋਂ ਫ੍ਰੀ ਹੋ। ਦਰਸ਼ਨ ਦੀਜੈ ਲੀਜੀਐ ਰਹੋ ਸੁਮੇਰ ਬਿਰਾਜ, ਸੁਮੇਰ ਪਰਬਤ ਤੁਸੀਂ ਇੱਥੇ ਬਿਰਾਜਮਾਨ ਹੋਵੋ। ਦਰਸ਼ਨ ਦੇਈ ਜਾਓ ਆਪਣੇ, ਬਸ ਦਰਸ਼ਨ ਦੋਗੇ ਆਪਣੇ, ਅਸੀਂ ਤੁਹਾਡੇ ਦਰਸ਼ਨ ਕਰ ਲਵਾਂਗੇ। ਬਸ ਇਹ ਸਾਡੇ ਤੇ ਕਿਰਪਾ ਕਰਦੇ ਰਹਿਣਾ। ਚੌਪਈ ਸ਼੍ਰੀ ਨਾਨਕ ਸੁਨ ਬੈਨ ਉਚਾਰਾ, ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਬੇਨਤੀ ਸੁਣੀ ਇਹਨਾਂ ਦੀ, ਤੇ ਮਹਾਰਾਜ ਬਚਨ ਕਰਨ ਲੱਗੇ, ਔਰ ਨਹੀਂ ਕੋ ਹਮੇ ਜੰਜਾਰਾ। ਪਾਤਸ਼ਾਹ ਕਹਿੰਦੇ ਸਾਨੂੰ ਕੋਈ ਜੰਜਾਲ ਨਹੀਂ ਹੈ, ਅਸੀਂ ਸਾਰੇ ਜੰਜਾਲਾਂ ਤੋਂ ਰਹਿਤ ਹਾਂ। ਦਰਸ਼ਨ ਸੰਤਨ ਕੋ ਹਿਤ ਮੇਰੇ, ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖ ਖੋਜਤ ਭਏ ਉਦਾਸੀ, ਅਸੀਂ ਤਾਂ ਗੁਰਮੁਖ ਲੱਭਣ ਲਈ ਆਏ ਹਾਂ, ਦਰਸ਼ਨ ਕਰਨ ਲਈ ਆਏ ਤੁਹਾਡੇ ਵਰਗੇ ਮਹਾਂਪੁਰਖਾਂ ਦੇ। ਤੁਸੀਂ ਮਹਾਂਪੁਰਖ ਹੋ ਭਾਈ, ਅਸੀਂ ਦਰਸ਼ਨ ਕਰਨੇ ਸੰਤਾਂ ਮਹਾਂਪੁਰਖਾਂ ਦੇ। ਕੋਈ ਸੰਤ ਮਹਾਤਮਾ ਮਿਲ ਜਾਵੇ, ਜੇ ਨਾ ਮਿਲਿਆ ਉਹਨੂੰ ਸੰਤ ਬਣਾ ਦੇਣਾ ਸੀ ਬਸ। ਜਿਹੜੇ ਅਸੰਤ ਬਿਰਤੀ ਵਾਲੇ ਹੈ ਲੱਗਦੇ ਸੰਤ, ਤੇ ਉਹ ਵੀ ਸਾਰੇ ਸੰਤ ਬਣ ਜਾਣਗੇ। ਪਰ ਤੁਹਾਡੇ ਵਰਗੇ ਮਹਾਂਪੁਰਖ ਕਰਨੀ ਵਾਲੇ, ਬਸ ਤੁਹਾਡੇ ਦਰਸ਼ਨ ਕਰਨੇ ਸੀ ਤਾਂ ਹੀ ਇੱਥੇ ਆਏ ਹਾਂ। ਜਿਨ ਸੰਗਤ ਮੈਂ ਸਭ ਸੁਖ ਹੇਰੇ, ਸੰਤਾਂ ਦੀ ਸੰਗਤ ਸਾਰੇ ਸੁਖ ਵੇਖੇ ਹਨ ਅਸੀਂ। ਜਿਤਨੇ ਸੁਖ ਹਨ ਉਹ ਸਾਧ ਸੰਗਤ ਵਿੱਚ ਹਨ ਬਸ। ਪਾਤਸ਼ਾਹ ਕਹਿੰਦੇ ਜਿਤਨੇ ਸੁਖ ਜਿੰਨੇ ਲੈਣੇ ਹੋਣ, ਉਹ ਰੋਜ਼ ਸਾਧ ਸੰਗਤ ਕਰੇ, ਉਹਨੂੰ ਸੁੱਖ ਹੀ ਸੁੱਖ ਮਿਲਣਗੇ। ਆਸਣ ਬੈਸਣ ਹਮ ਤੇ ਛੂਟਾ, ਸਾਡੇ ਤੋਂ ਆਸਣ ਬੈਸਣ ਛੁੱਟਿਆ ਹੋਇਆ ਹੈ। ਭਾਵ ਅਸੀਂ ਟਿਕ ਕੇ ਨਹੀਂ ਬਹਿ ਸਕਦੇ ਕਿਸੇ ਥਾਂ ਤੇ। ਕਿਉਂ ਨਹੀਂ ਬਹਿ ਸਕਦੇ? ਜੇ ਟਿਕ ਕੇ ਬਹਿ ਗਏ ਸਾਰੀ ਦੁਨੀਆ ਦਾ ਬੇੜਾ ਪਾਰ ਕੌਣ ਕਰੇਗਾ? ਜੇ ਟਿਕ ਕੇ ਬਹਿ ਗਏ ਇਤਨੇ ਸੰਤ ਮਹਾਤਮਾ ਕੌਣ ਦਰਸ਼ਨ ਕਰਨਗੇ ਉਹਨਾਂ ਦੇ? ਧਰੂ, ਪ੍ਰਹਲਾਦ, ਕਾਕਪਸੁੰਡ ਸੰਤ ਮਹਾਤਮਾ ਕਿਤਨੇ ਕਰਨੇ ਵਾਲੇ ਹਨ, ਸਭ ਦੇ ਦਰਸ਼ਨ ਕਰਨੇ ਹਨ। ਸਤਿਗੁਰ ਪਰਸਤ ਬੰਧਨ ਟੂਟਾ, ਅਸੀਂ ਤਾਂ ਸਤਿਗੁਰ ਨਾਲ ਪਰਸ ਕਰਕੇ ਛੂ ਕੇ ਸਾਡੇ ਬੰਧਨ ਟੁੱਟ ਗਏ ਹਨ।
ਉਹ ਸਤਿਗੁਰ ਕੌਣ? ਸ਼ਬਦ ਸਰੂਪ ਪਰਮਾਤਮਾ, ਜੋ ਸੱਚਾ ਸਰੂਪ ਹੈ, ਜੋਤ ਸਰੂਪ ਹੈ। ਉਹਦੇ ਦਰਸ਼ਨ ਕਰਕੇ ਪਰਸ ਕਰਕੇ ਸਾਡੇ ਬੰਧਨ ਟੁੱਟ ਗਏ ਹਨ। ਨਿਰੰਕਾਰ ਪਰ ਡੀਠ ਹਮਾਰੀ। ਐ ਮੰਗਲਨਾਥ ਜੀ, ਪ੍ਰਾਣਨਾਥ, ਸਾਡੀ ਨਿਗਾਹ ਪਰਮਾਤਮਾ ਉੱਤੇ ਹੈ। ਬਸ ਅਸੀਂ ਹਰ ਵੇਲੇ ਰੱਬ ਨੂੰ ਵੇਖਦੇ ਹਾਂ। ਹਰ ਇੱਕ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਅਸੀਂ ਜੋਤ ਨੂੰ ਵੇਖਦੇ ਹਾਂ ਵਸਾਰਿਆਂ ਵਿੱਚੋਂ। ਜੋ ਵੀ ਲਿਖਦਾ ਹੈ ਉਹ ਸਾਰੇ ਜੋਤ ਸਰੂਪ ਪਰਮਾਤਮਾ ਹੀ ਸਾਨੂੰ ਨਜ਼ਰ ਆਉਂਦਾ ਹੈ। ਫੂਟ ਗਈ ਸਭ ਆਪਣੀ ਧਾਰੀ। ਆਪਣੀ ਧਾਰੀ, ਆਪਣੀ ਹਉਮੈ ਦੀ ਬਿਰਤੀ ਵੀ ਮੈਂ ਇਹ ਕਰ ਲਵਾਂ, ਇਹ ਕਰ ਲਵਾਂ, ਇਹ ਧਾਰਨ ਕਰ ਲਵਾਂ, ਉਹ ਸਾਡੀ ਖਤਮ ਹੋ ਗਈ ਹੈ। ਨਹੀਂ ਦ੍ਰਿਸ਼ਟ ਜਾਵੇ ਕਿਨ ਆਨਾ। ਸਾਡੀ ਦ੍ਰਿਸ਼ਟੀ ਕਿਸੇ ਹੋਰ ਪਾਸੇ ਨਹੀਂ ਜਾਉਂਦੀ ਵੀ ਇਹ ਖਾ ਲਈਏ, ਇਹ ਵੇਖ ਲਈਏ। ਅਟਕੀ ਸ਼੍ਰੀ ਕਰਤਾਰ ਸਥਾਨਾ। ਬਸ ਪਰਮਾਤਮਾ ਦੇ ਵੀ ਸਾਡੀ ਬਿਰਤੀ ਅਟਕ ਗਈ ਹੈ। ਬਸ ਇੱਕਦਮ ਰੁਕ ਗਈ ਹੈ, ਉਸ ਤੋਂ ਬਾਹਰ ਕਿਸੇ ਹੋਰ ਪਾਸੇ ਨਹੀਂ ਜਾਉਂਦੀ। ਇਹ ਪਗ ਲਗਿਓ ਪ੍ਰੇਮ ਮਨ ਮੇਰੇ। ਤੇ ਐਸੇ ਰੱਬ ਦੇ ਚਰਨਾਂ ਨਾਲ ਸਾਡਾ ਪਿਆਰ ਪੈ ਗਿਆ। ਬਸ ਸਾਡਾ ਮਨ ਛੂ ਗਿਆ ਹੈ, ਮਨ ਜੁੜ ਗਿਆ ਹੈ ਰੱਬ ਦੇ ਚਰਨਾਂ ਨਾਲ। ਸ਼ਾਂਤ ਨਾ ਆਵਤ ਤਿਨ ਬਿਨ ਹੇਰੇ। ਜਦ ਤੱਕ ਦਰਸ਼ਨ ਨਾ ਕਰੀਏ ਰੱਬ ਦੇ, ਸਾਨੂੰ ਸ਼ਾਂਤੀ ਨਹੀਂ ਆਉਂਦੀ, ਸਹਿਜ ਰਸ ਨਹੀਂ ਆਉਂਦਾ, ਟਿਕਾ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ, ਖੇੜਾ ਨਹੀਂ ਆਉਂਦਾ, ਵਿਗਾਸ ਨਹੀਂ ਆਉਂਦਾ। ਦਰਸ਼ਨ ਕਰਦੇ ਰਹੀਏ, ਮਨ ਟਿਕਿਆ ਰਹਿੰਦਾ ਹੈ, ਜੁੜੇ ਰਹਿੰਦੇ ਹਾਂ। ਅਸੀਂ ਤਾਂ ਰੱਬ ਨੂੰ ਵੇਖਣਾ ਬਸ ਦਿਨ ਰਾਤ। ਇਹ ਨੇਤਰ, ਇਹ ਆਤਮ ਸਰੂਪ ਰੱਬ ਦੇ ਦਰਸ਼ਨ ਕਰਦਾ ਹੈ। ਦੋਹਰਾ ਬੋਲਿਓ ਮੰਗਲਨਾਥ ਤਬ ਰਾਵ ਰਹੀ ਕਰਤਾਰ। ਮੰਗਲਨਾਥ ਕਹਿਣ ਲੱਗਾ ਪਾਤਸ਼ਾਹ ਰੱਬ ਕੋਈ ਹੋਰ ਵੀ ਹੈ? ਨਾ ਮਹਾਰਾਜ, ਨਾ, ਤੁਸੀਂ ਹੀ ਰੱਬ ਹੋ ਪਾਤਸ਼ਾਹ, ਹੋਰ ਕੋਈ ਰੱਬ ਨਹੀਂ, ਤੁਸੀਂ ਹੀ ਰੱਬ ਹੋ, ਕਾਲ ਪੁਰਖ ਹੋ। ਤੁਮਰੋ ਦਰਸ ਦੁਲੰਭ ਹੈ ਹਮਿਓ ਕਰਤ ਉਚਾਰ। ਪਾਤਸ਼ਾਹ ਮੇਰੇ ਵੱਲੇ, ਮੇਰੇ ਬਚਨ ਦਾ ਇਹ ਬਾਰ ਆ ਰਹੇ ਹਨ। ਅਸੀਂ ਸਾਰੇ ਕਹਿੰਦੇ ਆ ਤੁਹਾਡੇ ਦਰਸ਼ਨ ਬੜੇ ਦੁਰਲਭ ਹਨ ਮਹਾਰਾਜ, ਹੋਰ ਰੱਬ ਦੁਨੀਆ ਤੇ ਕੋਈ ਨਹੀਂ, ਤੁਸੀਂ ਰੱਬ ਹੋ ਮਹਾਰਾਜ। ਬਸ ਤੁਹਾਡੇ ਵਰਗਾ ਨਾ ਕੋਈ ਆਇਆ ਹੈ, ਨਾ ਕੋਈ ਆਵੇਗਾ। ਸਤਿ ਸ੍ਰੀ ਅਕਾਲ। ਤੁਸੀਂ ਪਾਤਸ਼ਾਹ ਕੈਸੇ ਹੋ? ਬਸ ਤੁਹਾਡੀ ਉਪਮਾ ਤੁਸੀਂ ਆਪ ਹੀ ਜਾਣਦੇ ਮਹਾਰਾਜ। ਕੀ ਉਪਮਾ ਦਈਏ ਮਹਾਰਾਜ? ਉਪਮਾ ਦਵਾਂ ਕਿਸੇ ਦੀਵੇ ਦੀ, ਸੂਰਜ ਦੀ। ਸੂਰਜ ਤਾਂ ਬੜੇ ਹਨ, 12 ਸੂਰਜ ਹਨ, ਅੱਗੇ ਤੋਂ ਅੱਗੇ ਹੋਰ ਸੂਰਜ ਹਨ। ਕਿਹਦੀ ਉਪਮਾ ਦਈਏ ਪਾਤਸ਼ਾਹ ਤੁਹਾਨੂੰ? ਨਹੀਂ ਦੇ ਸਕਦੇ ਮਹਾਰਾਜ। ਪਾਤਸ਼ਾਹ ਤੁਹਾਡੀ ਉਪਮਾ ਤੁਸੀਂ ਆਪ ਹੀ ਬਣੇ ਹੋਏ ਹੋ। ਤੁਹਾਡੇ ਵਰਗੇ ਸਰੂਪ ਮਹਾਰਾਜ, ਜੋਤ ਸਰੂਪ, ਹੋਰ ਕੋਈ ਵੀ ਨਹੀਂ। ਚੌਪਈ ਤੁਮ ਸਮੀਪ ਜੋ ਬੀਤਹਿ ਕਾਲਾ। ਤੇ ਤੁਹਾਡੇ ਨੇੜੇ ਜਿਹੜਾ ਸਾਡਾ ਸਮਾਂ ਬਤੀਤ ਹੁੰਦਾ ਹੈ, ਸੋ ਹਮ ਜਾਣੈ ਸਫਲ ਬਿਸਾਲਾ। ਸਾਡਾ ਉਹ ਸਭ ਸਮਾਂ ਸਫਲਾ ਹੋ ਰਿਹਾ ਪਾ। ਜਿਹੜਾ ਸਮਾਂ ਤੁਹਾਡੇ ਨਾਲ ਅਸੀਂ ਲੰਘਾਇਆ ਹੈ ਨਾ ਮਹਾਰਾਜ, ਅਸੀਂ ਮੰਨ ਗਏ ਆ ਕਿ ਸਾਡਾ ਜੀਵਨ ਧਨ ਹੋ ਗਿਆ ਮਹਾਰਾਜ। ਤੁਹਾਡੇ ਕੋਲ ਰਹਿ ਕੇ, ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਗਿਆਨ ਗੋਸ਼ਟ ਨੂੰ ਸੁਣ ਕੇ ਪਾਤਸ਼ਾਹ ਅਸੀਂ ਧਨ ਹੋ ਗਏ ਹਾਂ। ਕਰੁਣਾ ਕਰ ਕੁਛ ਕਾਲ ਰਹੀ ਜੈ। ਕਿਰਪਾ ਕਰੋ ਕੁਝ ਸਮਾਂ ਹੋਰ ਰੋ ਮਹਾਰਾਜ। ਮਨ ਨਹੀਂ ਕਰਦਾ, ਹੁੰਦਾ ਨਾ ਕਈਆਂ ਨੂੰ ਜਿਹੜਾ ਪਿਆਰ ਦੀ ਡੋਰੀ ਪਾ ਲੈਣਾ, ਕਹਿੰਦਾ ਨਾ ਮਹਾਰਾਜ ਮਨ ਨਹੀਂ ਕਰਦਾ, ਤੁਸੀਂ ਛੱਡ ਕੇ ਜਾਓ ਸਾਨੂੰ, ਇੱਥੇ ਹੀ ਰਹੋ ਪਾਤਸ਼ਾਹ, ਕੁਝ ਸਮਾਂ ਹੋਰ ਰਵੋ। ਪੁਨ ਜਾਵਨ ਕੀ ਇੱਛਾ ਕੀਜੈ। ਜੇ ਤੁਹਾਡੀ ਇੱਛਾ ਹੋਵੇਗੀ ਫਿਰ ਜਾਣਾ, ਵੈਸੇ ਤਾਂ ਜਾਓ ਨਾ ਮਤ, ਪੱਕੇ ਇੱਥੇ ਰਹੋ। ਜੇ ਤੁਹਾਡੀ ਤਮੰਨਾ ਹੋਵੇਗੀ ਫਿਰ ਜਾ ਸਕਦੇ ਹੋ। ਸੁਨ ਸ਼੍ਰੀ ਨਾਨਕ ਬਚਨ ਉਚਾਰੇ। ਫਿਰ ਪਾਤਸ਼ਾਹ ਨੇ ਜਦੋਂ ਸੁਣੇ ਮੰਗਲਨਾਥ ਦੇ ਬਚਨ, ਤੇ ਮਹਾਰਾਜ ਜੀ ਕਹਿਣ ਲੱਗੇ ਤੁਮ ਸਭ ਮੇਰੇ ਪ੍ਰਾਨਨ ਪਿਆਰੇ। ਧਨ ਹੋ ਤੁਸੀਂ ਸਾਰੇ, ਧਨ ਹੋ ਤੁਸੀਂ ਸਾਰੇ, ਮੇਰੇ ਪ੍ਰਾਣਾਂ ਦੇ ਪਿਆਰੇ ਹੋ ਭਾਈ। ਉਹ ਜਿਹੜੇ ਬੰਦਗੀ ਕਰਦੇ, ਜਿਨ੍ਹਾਂ ਨੇ ਘਰ-ਬਾਰ ਛੱਡਿਆ ਹੈ, ਸਭ ਕੁਝ ਛੱਡ ਕੇ ਇੱਥੇ ਆ ਕੇ ਬੈਠ ਕੇ ਸਾਧਨਾ ਕਰਨ ਲਈ, ਉਹ ਮੇਰੇ ਪ੍ਰਾਣਾਂ ਦੇ ਪਿਆਰੇ ਹਨ। ਧਨ ਹੋ ਤੁਸੀਂ ਸਾਰੇ ਜਿਨ੍ਹਾਂ ਨੇ ਗਿਆਨ ਨੂੰ ਸ਼ਰਵਣ ਕੀਤਾ ਹੈ, ਜਿਹੜੇ ਨਾਮ ਭਜਨ ਦੀ ਸਾਧਨਾ ਕਰਦੇ ਹੋ। ਹੋਏ ਮੇਲ ਪੁਨ ਕੇਤਿਕ ਕਾਲਾ। ਸਾਡਾ
ਨਾਲ ਤੁਹਾਡਾ ਮੇਲ ਹੋਵੇਗਾ ਥੋੜੇ ਸਮੇਂ ਬਾਅਦ। ਅਬ ਜਾਵਨ ਕੋ ਕਾਜ ਬਿਸਾਲਾ। ਹੁਣ ਸਾਡੇ ਅੱਗੇ ਜਾਣ ਦਾ ਸਮਾਂ ਹੈ, ਅਸੀਂ ਅੱਗੇ ਬੜੇ ਕਾਰਜ ਕਰਨੇ ਹਨ। ਕਰਹੁ ਦਇਆ ਆਇਸ ਅਬ ਦੀਜੈ। ਪਾਤਸ਼ਾਹ ਦੇਖੋ ਨਿਮਰਤਾ ਚ ਆ ਗਏ ਮਹਾਰਾਜ, ਦੇਖੋ ਹੈ ਰੱਬ, ਰੱਬ ਹੀ ਨਿਮਰਤਾ ਵਿੱਚ ਆ ਗਿਆ ਹੈ। ਪਾਤਸ਼ਾਹ ਕਹਿੰਦੇ ਸਿੱਧਨਾਥ ਜੋਗੀਓ ਮਹਾਂਪੁਰਖੋ ਦਇਆ ਕਰੋ, ਸਾਨੂੰ ਆਗਿਆ ਦਿਓ, ਅਸੀਂ ਅੱਗੇ ਜਾਈਏ। ਹੁਣ ਮੰਗਲਨਾਥ ਜੀ, ਪ੍ਰਾਣਨਾਥ ਜੀ, ਲੋਹਾਰਿਪਾ ਜੀ, ਘੁੱਗੂਨਾਥ ਜੀ, ਗੋਪੀਨਾਥ ਜੀ, ਗੋਰਖਨਾਥ ਜੀ ਆਗਿਆ ਦਵੋ, ਅਸੀਂ ਅੱਗੇ ਜਾਈਏ। ਹਉ ਗਮਨੋ ਨਿਜ ਖੁਸ਼ੀ ਸੋ ਕੀਜੈ। ਅਸੀਂ ਜਾ ਰਹੇ ਹਾਂ, ਹੋ ਗਮਨੋ ਅਸੀਂ ਜਾ ਰਹੇ ਹਾਂ, ਆਪਣੀ ਖੁਸ਼ੀ ਰੱਖਣਾ, ਨਾਰਾਜ਼ ਨਾ ਹੋਣਾ। ਜਾਣਾ ਪੈ ਰਿਹਾ ਹੈ, ਮਨ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਈਏ, ਤੁਸੀਂ ਇਤਨੇ ਕਰਨੀ ਵਾਲੇ ਮਹਾਂਪੁਰਖ, ਪਰ ਮਜਬੂਰੀ ਵੀ ਹੈ, ਅੱਗੇ ਵੀ ਕਈਆਂ ਦੇ ਦਰਸ਼ਨ ਕਰਨੇ ਹਨ। ਮੰਗਲ ਆਦ ਸਰਬ ਸਿਧ ਭਾਖੈ। ਮੰਗਲਨਾਥ, ਗੋਪੀਨਾਥ, ਪ੍ਰਾਣਨਾਥ ਸਾਰੇ ਸਿੱਧ ਆਖਣ ਲੱਗੇ, ਦੇਖੋ ਤਪਾ ਜਹਾਂ ਤੁਮ ਕਾਂਖੈ। ਤਪਾ ਜਿੱਥੇ ਤੁਹਾਡੀ ਤਮੰਨਾ ਤੁਸੀਂ ਜਾ ਸਕਦੇ ਹੋ ਉੱਥੇ, ਬਸ ਕਾਂਖਿਆ ਕਹਿੰਦੇ ਤਮੰਨਾ, ਤੁਹਾਡੀ ਤਮੰਨਾ ਜਿੱਥੇ ਹੈ ਆਪ ਹੀ ਜਾ ਸਕਦੇ ਹੋ। ਦੋਹਰਾ ਖੁਸ਼ੀ ਨਿਰੰਜਨ ਕੀ ਸਦਾ, ਖੇਲੋ ਜਿਤ ਹੋਏ ਚਾਹੇ। ਤੁਹਾਡੇ ਉੱਤੇ ਰੱਬ ਦੀ ਖੁਸ਼ੀ ਹੈ, ਜਿੱਧਰ ਜਾਓ ਤੁਸੀਂ ਉਧਰ ਆਨੰਦ ਮਾਣੋ, ਬਸ ਤੁਸੀਂ ਜਾਓ, ਸਭ ਨੂੰ ਦਰਸ਼ਨ ਦਵੋ। ਸਭ ਤੁਮਰੇ ਅਸਥਾਨ ਹੈ, ਦੂਸਰ ਦੀ ਸਤਨਾਹੇ। ਸਾਰੇ ਤੁਹਾਡੇ ਸਥਾਨ ਹਨ, ਜਿਤਨੇ ਜਗ੍ਹਾ ਤੁਸੀਂ ਜਾਓਗੇ ਨਾ, ਤੁਸੀਂ ਉੱਥੇ ਆਪ ਪਹਿਲਾਂ ਬਿਰਾਜਮਾਨ ਹੋ, ਕਿਉਂਕਿ ਅਕਾਲ ਪੁਰਖ ਨਿਰਗੁਣ ਸਾਰੇ ਪਾਸੇ ਹੈ। ਤੁਸੀਂ ਸਰਗੁਣ ਜਾ ਰਹੇ ਹੋ, ਦੋਵੇਂ ਇੱਕ ਹੋ ਜਾਓਗੇ। ਬਸ ਜਿੱਥੇ ਜਾ ਰਹੇ ਹੋ ਨਾ, ਉਹ ਤੁਹਾਡੀ ਜਗ੍ਹਾ ਹੈ। ਜਿੱਥੇ ਆਪ ਜਾਣਾ ਜਾ ਰਹੇ ਹੋ ਸਰੀਰ ਕਰਕੇ, ਤੁਸੀਂ ਪਹਿਲਾਂ ਉੱਥੇ ਬੈਠੇ ਹੋ। ਚੌਪਈ ਠਾਂਡੇ ਹੋਵੇ ਕਰ ਪੰਕਜ ਬਦਨਾ। ਤੇ ਪੰਕਜ ਬਦਨਾ ਕਮਲ ਵਰਗੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਮਹਾਰਾਜ ਖੜੇ ਹੋ ਗਏ। ਵਿਦਾ ਹੋਣ ਲਾਗੈ ਸੁਖ ਸਦਨਾ। ਤੇ ਸੁੱਖਾਂ ਦੇ ਸਦਨ ਗੁਰੂ ਨਾਨਕ ਮਹਾਰਾਜ ਸੁੱਖਾਂ ਦੇ ਘਰ, ਉਥੋਂ ਵਿਦਾਇਗੀ ਲੈਣ ਲੱਗੇ। ਮਿਲ ਸਭ ਸੋ ਆਦੇਸ਼ ਅਲਾਈ। ਸਭਨਾਂ ਨੂੰ ਮਿਲੇ ਪਾਤਸ਼ਾਹ ਕਹਿੰਦੇ ਆਦੇਸ਼, ਆਦੇਸ਼ ਕਹਿੰਦੇ ਭਾਈ ਨਮਸਕਾਰ ਹੈ। ਖਾਲਸਾ ਪੰਥ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਪਾਤਸ਼ਾਹ ਨੇ ਆਦੇਸ਼ ਕੀਤੀ, ਕਰ ਹੈ ਪ੍ਰੇਮ ਹਿਰਦੈ ਜਗ ਰਾਈ। ਤੇ ਖਾਲ ਜਗਤ ਦੇ ਰਾਈ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਪਿਆਰ ਕਰਦੇ ਹਨ, ਤੇ ਮਹਾਰਾਜ ਵੀ ਸਭ ਨਾਲ ਪਿਆਰ ਕਰਨ ਵਾਲੇ ਹਨ। ਮੰਗਲ ਪ੍ਰਾਨਨਾਥ ਲੋਹਾਰੀ ਪਾ। ਮੰਗਲ ਪ੍ਰਾਨਨਾਥ ਅਤੇ ਲੋਹਾਰੀ ਪਾ ਚੱਲ ਕਰ ਆਏ ਸਰਬ ਸਮੀਪਾ। ਸਾਰੇ ਚੱਲ ਕੇ ਮਹਾਰਾਜ ਕੋਲ ਆ ਗਏ। ਗੋਪੀ ਚੰਦ ਆਦ ਹੈ ਜੇਤੇ। ਗੋਪੀ ਚੰਦ ਅਤਨੇ ਹੋਰ ਜਿਤਨੇ ਹਨ, ਮਿਲ ਕਰ ਹਰ ਕੇ ਜੇ ਗੁਰ ਬੇਤੇ। ਜਿਹੜੇ ਗੁਰੂ ਪਾਤਸ਼ਾਹ ਦੇ ਗਿਆਨ ਦੇ ਬਖਸ਼ੇ ਹੋਏ, ਪਾਪ ਜਿਨ੍ਹਾਂ ਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਉਹ ਸਾਰੇ ਖੁਸ਼ ਹੋਏ। ਦੇਖ ਹੈ ਚੰਦਰ ਬਦਨ ਕੀ ਓਰਾ। ਚੰਦਰਮਾ ਵਰਗੇ ਮੁਖੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਵੱਲ ਸਾਰੇ ਵੇਖ ਰਹੇ ਹਨ। ਸਭ ਨੇ ਲੋਚਨ ਕੀਨ ਚਕੋਰਾ। ਸਭ ਦੇ ਨੇਤਰ ਚਕੋਰੇ ਬਣ ਗਏ। ਖਾਲਸਾ ਚੰਦ ਚਕੋਰ ਪ੍ਰੀਤ ਹੈ ਲਾਇ ਤਾਲ ਨਿਹਾਲੇ। ਇਸ ਤਰ੍ਹਾਂ ਚਕੋਰ ਵਾਂਗ ਇੱਕ ਟੱਕ ਚੰਦਰਮਾ ਗੁਰੂ ਨਾਨਕ ਮਹਾਰਾਜ ਵੱਲ ਵੇਖ ਰਹੇ ਹਨ। ਬੰਦਨ ਕਰ ਹੈ ਚਰਨ ਅਰਬਿੰਦਾ। ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਚਰਨ ਕਮਲ ਹਨ, ਉਹਨਾਂ ਦੇ ਮੱਥਾ ਟੇਕ ਰਹੇ ਹਨ। ਮਨ ਆਪਣੇ ਦਿਲ ਕੀ ਨ ਮਲਿੰਦਾ। ਜਿਨ੍ਹਾਂ ਦੇ ਮਨ ਭੌਰੇ ਬਣ ਗਏ ਹਨ, ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਕਮਲ ਫੁੱਲ ਹਨ। ਸਾਦਰ ਕੇ ਬਚ ਸੁਨੇ ਸੁਨਾਏ। ਸਤਿਕਾਰ ਵਾਲੇ ਬਚਨ ਸੁਣੇ ਅਤੇ ਸੁਣਾਏ ਇਹਨਾਂ ਨੇ। ਅਗਰਜ ਸੰਗ ਚਲੇ ਪਹੁੰਚਾਏ। ਅੱਗੇ ਛੱਡਣ ਲਈ ਮਹਾਰਾਜ ਨੂੰ ਜਾ ਰਹੇ। ਖਾਲਸਾ ਜੀ ਦੇਖੋ, ਇਹ ਹੈ ਪਿਆਰ। ਕੋਈ ਪਿਆਰਾ ਹੋਵੇ ਨਾ, ਜਿਸ ਨਾਲ ਖਾਸ ਪਿਆਰ ਹੋਵੇ ਕਿ ਛੱਡ ਕੇ ਜਾਈਦਾ। ਆਓ ਮਹਾਰਾਜ ਤੁਹਾਨੂੰ ਅੱਗੇ ਵਿਦਾਇਗੀ ਦੇ ਕੇ ਆਈਏ। ਤੇ ਇਹ ਸਾਰੇ ਹੀ 9 ਰੱਬ ਦੇ ਪਿਆਰੇ ਖਾਸ ਖਾਸ ਸਤਿਗੁਰੂ ਪਾਤਸ਼ਾਹ ਨਾਲ ਅੱਗੇ ਜਾਣ ਲੱਗੇ। ਕਰਤ ਪ੍ਰੇਮ ਸਭ ਸਿੱਧ ਹਟਾਏ। ਪਾਤਸ਼ਾਹ ਕਹਿੰਦੇ ਬਸ ਕਰੋ ਪਿਆਰਿਓ, ਬਸ ਕਰੋ, ਹੁਣ ਵਾਪਸ ਜਾਓ। ਹੁਣ ਤੇ ਮੱਲੋ ਮੱਲੀ ਪਾਤਸ਼ਾਹ ਕਹਿੰਦੇ ਵਾਪਸ ਜਾਓ ਭਾਈ, ਆਪਣੇ ਸਥਾਨਾਂ ਤੇ ਬਹਿ ਜਾਓ। ਆਗੇ ਪੁਨ ਸ੍ਰੀ ਗੁਰੂ ਸਿਧਾਏ। ਤੇ ਅੱਗੇ ਗੁਰੂ ਨਾਨਕ ਪਾਤਸ਼ਾਹ ਆਪ ਜਾ ਰਹੇ ਹਨ। ਭਾਈ ਬਾਲਾ ਜੀ,
ਤੇ ਭਾਈ ਮਰਦਾਨਾ ਜੀ ਇਹ ਨਾਲ ਜਾ ਰਹੇ ਹਨ। ਹੁਣ ਮਹਾਰਾਜ ਜਾਣਗੇ ਕਾਕ ਪਸੁੰਡ ਵੱਲ ਖਾਲਸਾ ਜੀਓ। ਉਹਨੂੰ ਪਾਤਸ਼ਾਹ ਦਰਸ਼ਨ ਦੇਣਗੇ, ਉਹਦੀ ਵਾਰਤਾ ਸੁਣਨਗੇ। ਉਹ ਵੀ ਆਪ ਜੀ ਸਮੇਂ ਅਨੁਸਾਰ ਅਗਲੇ ਪ੍ਰਕਰਨਾਂ ਵਿਖੇ ਸ਼ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ